सतनाम वाहिगुरु साहिब जी। फिरत फिरत प्रभ आया परया तो सरनाए। नानक की प्रभ बेनती अपनी भगति लाए। जिसनो तू रखवाला मारे तिस कौन। जिसनो तू रखवाला जिता तिनै पैण। जिसनो तेरा अंग तिस मुख उजला। जिसनो तेरा अंग सो निर्मली हूँ निर्मला। जिसनो तेरी नदर ना लेखा पुछिए। जिसनो तेरी खुशी तिन नौ निद पुंचिए। जिसनो तू प्रभ वल तिस क्या मोह छंदगी। जिसनो तेरी मेहर सो तेरी बंदगी। बेसुमार अथाह अगनत तुलै। जो बुलावो त्यो नानक दास बोले। जेता जियो पिंड सब तेरा। तू अंतर जामी पुरख भगवान। दासन दास कहे जन नानक। जेहा तू कराए तेहा हो करी वख्यान। सतनाम वाहिगुरु साहिब जी। सुबहंत त्वयं अच्युत गुणज्ञं। पूर्णं बहुलो कृपाला। गंभीरं ऊचै सर्वज्ञ अपारा। सुबहंत त्वयं अच्युत गुणज्ञं। पूर्णं बहुलो कृपाला। गंभीरं ऊचै सर्वज्ञ अपारा। प्रीत्या प्रियं विश्राम चरणं। अनाथ नाथे नानक शरणं। प्रीत्या प्रियं विश्राम चरणं। अनाथ नाथे नानक शरणं। वाहिगुरु जी का खालसा वाहिगुरु जी की फतेह। धन धन सतगुरु गुरु गरीब निवाज
ਕਿਰਪਾ ਨਿਧ ਦਇਆ ਨਿਧ ਗੁਣ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਦਇਆ ਤਰਸ ਨਵਾਜਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਸਰਵਣ ਅਭਿਆਸ, ਅੰਮ੍ਰਿਤਮਈ ਬਾਣੀ ਦੀ ਸ਼ਬਦ ਵਿਚਾਰ ਦੇ ਨਾਲ ਜੁੜ ਕੇ ਸਾਨੂੰ ਸਭ ਨੂੰ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ। ਜਗਤ ਦੇ ਵਿੱਚ ਜਿਵੇਂ ਹਰੇਕ ਚੀਜ਼ ਦੀ ਘਾੜਤ ਕਿਸੇ ਨਾ ਕਿਸੇ ਪਾਸੋਂ ਹੁੰਦੀ ਹੈ, ਇੱਕ ਬੁੱਤ ਦੀ ਘਾੜਤ ਬੁੱਤ ਘੜਨ ਵਾਲੇ ਪਾਸੋਂ ਹੁੰਦੀ ਹੈ, ਇੱਕ ਗਹਿਣੇ ਦੀ ਘਾੜਤ ਇੱਕ ਸੁਨਿਆਰ ਪਾਸੋਂ ਹੁੰਦੀ ਹੈ, ਇੱਕ ਬਗੀਚੇ ਦੀ ਸੰਭਾਲ ਇੱਕ ਮਾਲੀ ਪਾਸੋਂ ਹੁੰਦੀ ਹੈ। ਪਰ ਸਤ ਸੰਗਤ ਗੁਰੂ ਕੀ ਹਜ਼ੂਰੀ, ਸਤਿਗੁਰੂ ਕੀ ਚਰਨ ਸ਼ਰਨ ਉਹ ਮੁਕੱਦਸ ਸਥਾਨ ਹੈ ਜਿੱਥੇ ਕਿਸੇ ਵੀ ਨੁਕਤੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੀਵ ਕਿਵੇਂ ਦੀ ਵੀ ਆਪਣੇ ਮਨ ਬਿਰਤੀ ਚਿੱਤ ਸੁਰਤ ਦੀ ਘਾੜਤ ਘੜਨੀ ਚਾਹੁੰਦਾ ਹੈ, ਸਤਿਗੁਰੂ ਦੇ ਸ਼ਬਦ ਦੇ ਅਭਿਆਸ ਨਾਲ, ਸਤਿਗੁਰੂ ਦੇ ਸ਼ਬਦ ਦੇ ਆਚਰਣ ਦੇ ਨਾਲ ਉਸ ਗੁਰਸਿੱਖ ਦੀ ਸਭ ਪ੍ਰਕਾਰ ਦੀ ਘਾੜਤ ਘੜੀ ਜਾਂਦੀ ਹੈ ਅਤੇ ਇੰਨੀ ਘਾੜਤ ਨਿਰਮਲ ਘੜੀ ਜਾਂਦੀ ਹੈ ਕਿ ਉਸ ਗੁਰੂ ਸਿੱਖ ਨੂੰ ਐਸਾ ਅਨੁਭਵ ਮਿਲਦਾ ਹੈ ਕਿ ਉਹ ਜਦੋਂ ਰੱਬੀ ਸਾਧਨਾ ਕਰ ਕਰਕੇ ਅਕਾਲ ਪੁਰਖ ਦਾ ਪ੍ਰੀਤਮ ਬਣ ਜਾਂਦਾ, ਪਿਆਰਾ ਬਣ ਜਾਂਦਾ ਹੈ, ਤਾਂ ਫਿਰ ਉਹ ਗੁਰਮੁਖ ਸਰੂਪ ਹੋ ਕੇ ਸਾਰੇ ਸੰਸਾਰ ਦਾ ਹੀ ਪਿਆਰਾ ਬਣ ਜਾਂਦਾ ਹੈ। ਸੋ ਇਸ ਰੂਪ ਦੇ ਵਿੱਚ ਸਤ ਸੰਗਤ ਦਾ ਬੜੇ ਮਹਾਨ ਅਰਥ, ਬੜਾ ਡੂੰਘਾ ਮਹੱਤਵ ਅਤੇ ਬੜਾ ਚਿਰ ਸਥਾਈ ਪ੍ਰਭਾਵ ਸਾਡੇ ਜੀਵਨ ਦੇ ਉੱਪਰ ਪੈਂਦਾ ਹੈ। ਅਤੇ ਸਤਿਗੁਰੂ ਸਾਹਿਬ ਜੀ ਦਇਆ ਕਿਰਪਾ ਕਰਕੇ ਸਾਨੂੰ ਰੋਜ਼ਾਨਾ ਆਪਣੀ ਪਾਵਨ ਪਵਿੱਤਰ ਹਜ਼ੂਰੀ ਦਾ ਜੁੜ ਬੈਠਣ ਦਾ ਅਵਸਰ ਬਖਸ਼ਿਸ਼ ਕਰਕੇ ਨਿਹਾਲ ਕਰਦੇ ਹਨ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਆਪ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਸੀ। ਪਾਵਨ ਲੜੀਵਾਰ ਵਿਆਖਿਆ ਦਾ ਯਤਨ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਭੰਤ ਤੋਯੰ ਅਚੁਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰਨ ਦਾ ਯਤਨ ਕਰ ਰਹੇ ਹੋ। ਸਤਿਗੁਰੂ ਕੀ ਕਿਰਪਾ ਸਦਕਾ 4 ਸ਼ਲੋਕਾਂ ਦੀ ਵਿਆਖਿਆ ਆਪ ਦੇ ਸਨਮੁਖ ਰੱਖਣ ਦਾ ਯਤਨ ਸੀ। ਸਤਿਗੁਰੂ ਸਾਹਿਬ ਜੀ ਨੇ ਪਹਿਲੇ 4 ਸ਼ਲੋਕਾਂ ਦੁਆਰਾ ਪਹਿਲੇ 2 ਸ਼ਲੋਕਾਂ ਦੇ ਵਿੱਚ ਸੰਸਾਰੀ ਸੰਬੰਧਾਂ ਦੀ ਨਿਰਰਥਕਤਾ, ਭਾਵ ਕਿ ਸੰਸਾਰ ਦੇ ਸੰਬੰਧ ਕਿਸ ਪ੍ਰਕਾਰ ਕਰਕੇ ਵਿਅਰਥ ਹਨ, ਉਹਨਾਂ ਦੀ ਜੀਵ ਨੂੰ ਕਿਤਨੀ ਕੁ ਲੋੜ ਹੈ ਅਤੇ ਕਿਸ ਰੂਪ ਦੇ ਉਹਨਾਂ ਨਾਲ ਸੰਬੰਧ ਬਣਾਉਣਾ ਚਾਹੀਦਾ ਹੈ, ਔਰ ਪਰਮੇਸ਼ਰ ਦੀ ਮਾਰਗ ਦੀ ਪ੍ਰਾਪਤੀ ਦੇ ਵਿੱਚ ਸੰਸਾਰਕ ਸੰਬੰਧ ਜਾਂ ਸੰਚਿਤ ਕੀਤੇ ਹੋਏ ਪਦਾਰਥ ਕਿਵੇਂ ਵਾਧਾ ਬਣਦੇ ਨੇ। ਪਹਿਲੇ 2 ਸ਼ਲੋਕਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਸ ਨੁਕਤੇ 'ਤੇ ਸਾਨੂੰ ਉਪਦੇਸ਼ ਦੇ ਕੇ ਨਵਾਜਿਆ ਸੀ। ਦੂਜੇ 2 ਸ਼ਲੋਕਾਂ ਦੇ ਵਿੱਚ, ਤੀਜੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਸਾਡਾ ਜੀਵਨ ਪਲ ਪਲ ਕਰਕੇ ਸਮਾਪਤ ਹੋ ਰਿਹਾ ਹੈ, ਜੀਵਨ ਦਾ ਬਲ ਢਲ ਰਿਹਾ ਹੈ ਅਤੇ ਇਸ ਢਲਦੇ ਹੋਏ ਬਲ ਕਰਕੇ ਜੀਵ ਅਧਿਆਤਮਿਕ ਸਾਧਨਾ ਦਾ ਯਤਨ ਨਹੀਂ ਆਰੰਭ ਕਰ ਰਿਹਾ, ਇਸ ਦੇ ਬਾਰੇ ਸੁਚੇਤ ਕੀਤਾ ਸੀ। ਚੌਥੇ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਨੇ ਸਾਡੀ ਮਨੁੱਖਾ ਦੇਹ ਨੂੰ ਕੱਚਿਆ ਹੋਣ ਕਰਕੇ ਕਿਵੇਂ ਇਹ ਕਾਲ ਦੀ ਇੱਕ ਚੋਟ ਦੇ ਨਾਲ ਹੀ ਵਿਨਸ ਜਾਂਦੀ ਹੈ, ਜਾਂ ਕਿਵੇਂ ਇਹਦੀ ਬਣਤਰ ਦੱਸ ਕੇ ਗੁਰੂ ਸਾਹਿਬ ਜੀ ਨੇ ਸਮਝਾਇਆ ਸੀ ਕਿ ਇਹ ਕਾਚ ਕੋਟੰਗ ਰਚੰਤ ਤੋਯੰ ਲੇਪਨੰ ਰਖਤ ਚਰਮਣ ਹੈ, ਕਿ ਭਾਵ ਕਿ ਇਹ ਬੜੀ ਕੱਚੀ ਹੈ, ਪਰ ਇਹਦੇ ਵਿੱਚ ਆਤਮ ਜੋਤ ਨੂੰ ਜੇ ਮਨੁੱਖ ਪਛਾਣ ਲਵੇ
ਤੇ ਫਿਰ ਉਸ ਦੀ ਦੇਹ ਸਫਲ ਹੈ। ਹੁਣ 4 ਸ਼ਲੋਕਾਂ ਦੁਆਰਾ ਗੁਰੂ ਸਾਹਿਬ ਜੀ ਨੇ ਸਾਨੂੰ 2 ਵਿਸ਼ਿਆਂ ਦੇ ਉੱਪਰ ਭਰਪੂਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਜਦੋਂ ਮਨੁੱਖ ਸਮਝੇਗਾ ਕਿ ਪਰਮੇਸ਼ਰ ਦੇ ਸੰਬੰਧ ਦੇ ਵਿੱਚ ਜਿਹੜੇ ਸੰਸਾਰਕ ਰਿਸ਼ਤੇ ਨਾਤੇ ਨੇ, ਪਦਾਰਥ ਨੇ, ਇਹ ਵੀ ਰੁਕਾਵਟ ਨੇ, ਦੇਹ ਵੀ ਕੱਚੀ ਹੈ, ਜੀਵਨ ਵੀ ਨਾਸ਼ਵਾਨ ਹੈ, ਫਿਰ ਹੁਣ ਜਿਸ ਮਾਲਕ ਦੀ ਸ਼ਰਨ ਲਈ ਜਾਣੀ ਹੈ ਉਸ ਦਾ ਸਰੂਪ ਕਿਹੋ ਜਿਹਾ? ਸੰਸਾਰ ਤਾਂ ਮੰਨਿਆ ਨਾਸ਼ਵਾਨ ਹੋ ਗਿਆ, ਪਦਾਰਥ ਵੀ ਨਾਸ਼ਵਾਨ ਹੋ ਗਏ, ਦੇਹ ਵੀ ਜਿਹੜੀ ਹੈ ਛਿਣ ਭੰਗਰ ਹੈ, ਚਲਾਏਮਾਨ ਹੈ, ਅਤੇ ਫਿਰ ਇਸ ਤੋਂ ਇਲਾਵਾ ਐਸਾ ਕਿਹੜਾ ਤੱਤ, ਐਸੀ ਕਿਹੜੀ ਹਸਤੀ ਬਚਦੀ ਹੈ ਕਿ ਜਿਹੜੀ ਇਹਨਾਂ ਸਾਰੇ ਬੰਧਨਾਂ ਤੋਂ, ਸਾਰੇ ਪ੍ਰਭਾਵਾਂ ਤੋਂ, ਸਾਰੀਆਂ ਸੀਮਾਵਾਂ ਤੋਂ ਮੁਕਤ ਹੋਵੇ? ਅਤੇ ਫਿਰ ਇਸ ਕਰਕੇ ਅੱਜ ਦੇ 5ਵੇਂ ਸ਼ਲੋਕ ਦੇ ਆਰੰਭ ਵਿੱਚ ਸਤਿਗੁਰੂ ਸਾਹਿਬ ਜੀ ਫਿਰ ਉਸ ਅਕਾਲ ਪੁਰਖ ਦੀ ਪਰਮ ਹਸਤੀ ਜਿਹੜੀ ਕਥਨ ਕਹਿਣ ਤੋਂ ਬਾਹਰ ਹੈ, ਉਹਦਾ ਗੁਣ ਰੂਪ ਵਿਸ਼ੇਸ਼ਣ ਦੁਆਰਾ ਜ਼ਿਕਰ ਕਰਕੇ ਸਾਨੂੰ ਉਸ ਅਕਾਲ ਪੁਰਖ ਦੀ ਪਰਮ ਹਸਤੀ ਦੇ ਬਾਰੇ ਸਮਝਾ ਰਹੇ ਹਨ। ਉਹਦਾ ਬੋਧ ਕਰਵਾਉਂਦਿਆਂ ਹੋਇਆਂ 5ਵੇਂ ਸ਼ਲੋਕ ਦੀ ਆਰੰਭਤਾ 'ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸੁਭੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਤਾਂ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦੇ ਸੰਬੰਧੀ ਇੱਕ ਵਿਸ਼ੇਸ਼ਣ ਸਿਫਤ ਸਲਾਹ ਕਰਦਿਆਂ ਹੋਇਆਂ, ਉਹਦੀ ਹਸਤੀ ਦਾ ਚਿੱਤਰਣ ਕਰਦਿਆਂ ਹੋਇਆਂ ਬਿਆਨ ਕਰਦੇ ਹਨ ਸੁਭੰਤ ਤੋਯੰ। ਹੁਣ ਅਸੀਂ ਜਪਜੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਭਗਤ ਰਸਨਾ ਦੁਆਰਾ, ਕੀਤਾ ਪਸਾਓ ਏਕੋ ਕਵਾਓ। ਇੱਕ ਸਿਰਜਣਹਾਰ ਮਾਲਕ, ਉਸ ਨੇ ਆਪਣੇ ਆਪ ਤੋਂ ਕੁੱਲ ਰਚਨਾ ਪੈਦਾ ਕੀਤੀ। ਆਸਾ ਦੀ ਵਾਰ ਦੀ ਬਾਣੀ ਦੇ ਬਚਨ ਹਨ, ਇਸੇ ਪ੍ਰਕਾਰ ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਉਸ ਇੱਕ ਅਕਾਲ ਪੁਰਖ ਸਿਰਜਣਹਾਰ ਨੇ ਇਸ ਜਗਤ ਨੂੰ, ਸਮਸਤ ਬ੍ਰਹਿਮੰਡ ਨੂੰ ਆਪਣੇ ਪਰਮ ਸਰੂਪ ਤੋਂ ਪ੍ਰਕਾਸ਼ਮਾਨ ਕੀਤਾ, ਜਿਹਦੇ ਵਿੱਚ ਮਾਨਵ ਜਾਤੀ ਬਣੀ, ਪ੍ਰਿਥਵੀ ਬਣੀ, ਬਨਸਪਤੀ ਬਣੀ, ਅਨੇਕਾਂ ਤਰ੍ਹਾਂ ਦੇ ਜੀਵ ਬਣੇ। ਇਤਨੀ ਰਚਨਾ ਹੋਂਦ ਦੇ ਵਿੱਚ ਆ ਗਈ ਕਿ ਆਖਰ ਗੁਰਬਾਣੀ ਦੇ ਵਿੱਚ ਵੀ ਇਸ ਜਗ੍ਹਾ ਇਸ ਵੱਡੀ ਰਚਨਾ ਨੂੰ ਦੇਖ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੁਣ ਗੁਰੂ ਸਾਹਿਬ ਜੀ ਕਹਿ ਰਹੇ ਕਿ ਉਸ ਇੱਕ ਅਕਾਲ ਪੁਰਖ ਤੋਂ ਸਾਰੀ ਰਚਨਾ ਉਪਜੀ, ਉਹਨੇ ਆਪਣੇ ਸਰੂਪ ਦਾ ਅਫੁਰ ਤੋਂ ਸਫੁਰ ਹੋ ਕੇ ਪ੍ਰਕਾਸ਼ ਕੀਤਾ। ਨਿਰਗੁਣ ਤੋਂ ਉਹ ਮਾਲਕ ਜਦ ਸਰਗੁਣ ਵਿੱਚ ਪਸਰਿਆ ਅਤੇ ਅਨੇਕਾਂ ਰੂਪ ਉਸ ਦੇ ਪ੍ਰਕਾਸ਼ਮਾਨ ਹੋਏ। ਤਾਂ ਹੁਣ ਇਹ ਰੂਪ ਕੇਵਲ ਪ੍ਰਕਾਸ਼ਮਾਨ ਹੀ ਨਹੀਂ ਹੋਏ, ਗੁਰੂ ਸਾਹਿਬ ਜੀ ਕਹਿੰਦੇ ਸੁਭੰਤ ਤੋਯੰ, ਭਾਵ ਕਿ ਇਹਨਾਂ ਦੁਆਰਾ ਮਾਲਕ ਤੂੰ ਇਹਨਾਂ ਸਾਰੇ ਰੂਪਾਂ ਦੇ ਵਿੱਚ ਆਪ ਸੁਭਾਏਮਾਨ ਹੈ। ਤੋਯੰ ਦਾ ਭਾਵ ਤੂੰ, ਜਿਵੇਂ ਸੰਸਕ੍ਰਿਤ ਦੇ ਵਿੱਚ ਤਵਮ ਕਿਹਾ ਜਾਂਦਾ, ਇੱਥੇ ਗੁਰੂ ਸਾਹਿਬ ਜੀ ਨੇ ਤੋਯੰ ਸ਼ਬਦ ਵਰਤਿਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਭੰਤ ਤੋਯੰ, ਮਾਲਕ ਜਿਤਨੇ ਜੀਵ ਨਜ਼ਰ ਆ ਰਹੇ ਹਨ, ਜਿਤਨੀ ਬਨਸਪਤੀ ਨਜ਼ਰ ਆ ਰਹੀ ਹੈ, ਜਿਤਨੇ ਆਕਾਰ ਨਜ਼ਰ ਆ ਰਹੇ ਹਨ, ਇਹਦੇ ਸਾਰਿਆਂ ਦੇ ਵਿੱਚ ਤੂੰ ਆਪ ਰਮਿਆ ਹੋਇਆ ਹੈ, ਆਪ ਸੁਭਾਏਮਾਨ ਹੈ। ਹੁਣ ਜਿਤਨੀ ਮਨੁੱਖ ਪ੍ਰਜਾਤੀ ਹੈ ਪੂਰੇ ਸੰਸਾਰ ਭਰ ਦੀ, ਉਹ ਸਾਰੀ ਸਰੀਰਕ ਤੌਰ 'ਤੇ ਆਕਾਰ ਤਾਂ ਉਹਨਾਂ ਦਾ ਹੈ, ਸਰੀਰਕ ਆਕਾਰ ਵਿਣਸਣ ਵਾਲਾ ਹੈ, ਪਰ ਇਹ ਸਰੀਰਕ ਆਕਾਰ ਚੱਲਦਾ ਕਿਸ ਕਰਕੇ ਹੈ ਕਿ ਇਹਦੇ ਅੰਦਰ ਇਸ ਸਰੀਰ ਰੂਪ ਦੇ ਵਿੱਚ, ਸਰੀਰ ਰੂਪ ਮੰਦਰ ਦੇ ਵਿੱਚ ਆਤਮ ਰੂਪ ਮਾਲਕ ਸੁਭਾਏਮਾਨ ਹੈ। ਇਸ ਕਰਕੇ ਸਾਡੇ ਅੰਦਰ ਉਹ ਆਤਮ ਸਰੂਪ ਪ੍ਰਕਾਸ਼ਮਾਨ ਹੋ ਰਿਹਾ ਹੈ, ਜਿਹਦੇ ਕਰਕੇ ਸਾਡਾ ਜੀਵਨ ਚੱਲ ਰਿਹਾ ਹੈ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪ੍ਰਕਿਰਤੀ ਨੂੰ ਦੇਖੀਏ, ਪ੍ਰਕਿਰਤੀ ਦੀ ਹਸਤੀ ਭਾਵ ਪ੍ਰਕਿਰਤੀ ਦਾ ਪਸਾਰ ਦੇਖੀਏ, ਤਾਂ ਉਸ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜ਼ਿਕਰ ਆਉਂਦਾ ਹੈ ਕਿ ਜਿਤਨੀ ਬਨਸਪਤੀ ਦੇਖੀਏ, ਇਤਨੀ ਸੁੰਦਰਤਾ ਦੇ ਨਾਲ, ਇੰਨਿਆਂ ਰੰਗਾਂ ਦੇ ਨਾਲ ਭਰਪੂਰ ਹੈ ਕਿ ਇਤਨੀ ਜ਼ਿਆਦਾ ਉਸ ਮਾਲਕ ਨੇ ਆਪਣੇ ਸਰੂਪ ਨੂੰ ਪਸਾਰਿਆ ਕਿ ਦੇਖ ਕੇ ਮਨ ਵਿਸਮਾਦ ਵਿੱਚ ਚਲਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਤਨਾ ਕੁਦਰਤ ਦੁਆਰਾ ਤੇਰਾ ਪ੍ਰਕਾਸ਼ ਹੋ ਰਿਹਾ ਹੈ, ਮਾਲਕ ਤੂੰ ਉਹਨਾਂ ਸਾਰਿਆਂ ਦੇ ਅੰਦਰ ਸੁਭਾਏਮਾਨ ਹੈ, ਅਚੁੱਤ ਗੁਣਗਯੰ। ਦੂਸਰਾ ਵਿਸ਼ੇਸ਼ਣ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਸੁਭੰਤ ਤੋਯੰ ਦੇ ਸੰਬੰਧ ਵਿੱਚ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅਸੀਂ ਜਦੋਂ ਪਾਵਨ ਬਾਣੀ ਪੜ੍ਹਦੇ ਹਾਂ
ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅਤ ਪ੍ਰੀਤਮ ਮਨਮੋਹਨਾ ਘਟ ਸੋਹਨਾ ਪ੍ਰਾਨ ਆਧਾਰਾ ਰਾਮ। ਕਿ ਜੇ ਮਨੁੱਖ ਇੱਕ ਤਾਂ ਆਤਮ ਕਰਕੇ ਪ੍ਰਕਾਸ਼ਮਾਨ ਹੈ ਕਿ ਆਤਮ ਸਰੂਪ ਹੈ, ਦੂਜਾ ਜਦੋਂ ਉਹਦੀ ਆਤਮ ਜੋਤ ਮਨੁੱਖ ਦੇ ਅੰਦਰ ਪ੍ਰਗਟਦੀ ਹੈ ਫਿਰ ਬੁੱਧੀ ਦਾ ਵੀ ਗੁਣ ਪ੍ਰਗਟਦਾ ਹੈ, ਸੁੰਦਰਤਾ ਦਾ ਵੀ ਗੁਣ ਪ੍ਰਗਟਦਾ ਹੈ। ਅਤੇ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਉਸ ਦੀ ਸੁਭਾਏਮਾਨਤਾ ਨੂੰ ਇਤਨੀ ਬਾਰੀਕੀ ਦੇ ਨਾਲ ਦੇਖਿਆ ਕਿ ਜਾਪ ਸਾਹਿਬ ਦੀ ਬਾਣੀ ਦੇ ਵਾਕ ਹਨ, ਜੱਤਰ ਤੱਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁ ਰਾਗ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਤਨੇ ਪੰਛੀ ਗਾ ਰਹੇ ਹਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮਾਲਕ ਅਸਲ ਦੇ ਵਿੱਚ ਤੂੰ ਇਸ ਸਾਰੇ ਜਗਤ ਦੇ ਵਿੱਚ ਆਪ ਹੀ ਪ੍ਰਕਾਸ਼ਮਾਨ ਹੋ ਰਿਹਾ ਹੈ। ਤਾਂ ਅੱਗੇ ਗੁਰੂ ਸਾਹਿਬ ਜੀ ਦੂਜਾ ਵਿਸ਼ੇਸ਼ਣ ਸੰਬੋਧਨ ਕਰਦੇ ਹਨ, ਅਚੁੱਤ। ਅਚੁੱਤ ਦਾ ਭਾਵ ਨਾ ਡਿੱਗਣ ਵਾਲਾ, ਨਾ ਨਾਸ਼ ਹੋਣ ਵਾਲਾ, ਜਿਸ ਦੇ ਸਰੂਪ ਨੂੰ ਨਾ ਗਿਰਾਇਆ ਜਾ ਸਕੇ, ਨਾ ਸਮਾਪਤ ਹੋ ਸਕੇ। ਭਾਵ ਕਿ ਜਿਵੇਂ ਦਾ ਅਕਾਲ ਪੁਰਖ ਆਰੰਭ ਵਿੱਚ ਸੀ, ਉਵੇਂ ਦਾ ਹੀ ਮੱਧ ਵਿੱਚ ਹੈ, ਉਵੇਂ ਦਾ ਹੀ ਆਪਣੀ ਰਚਨਾ ਦੇ ਅੰਤ ਵਿੱਚ ਹੋਵੇਗਾ। ਅਸੀਂ ਬਾਣੀ ਦੁਆਰਾ ਪਾਕ ਪੜ੍ਹਦੇ ਹਾਂ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਭਾਵ ਹੁਣ ਇਸ ਗੱਲ ਨੂੰ ਥੋੜ੍ਹਾ ਇੱਕ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਪਰਮੇਸ਼ਰ ਦੀ ਰੱਬੀ ਜੋਤ ਆਤਮਾ ਰੂਪ ਅੰਸ਼ ਉਹ ਇਸ ਸਰੀਰ ਵਿੱਚ ਟਿਕਿਆ। ਸਰੀਰ ਵਿੱਚ ਮਾਲਕ ਨੇ ਆਪਣੀ ਜੋਤ ਟਿਕਾਈ। ਹੁਣ ਜਿਸ ਆਕਾਰ ਦੇ ਵਿੱਚ ਉਸਨੇ ਆਪਣੀ ਜੋਤ ਟਿਕਾਈ, ਉਹ ਆਕਾਰ ਤਾਂ ਹਲ ਪਲ ਬਦਲ ਰਿਹਾ ਹੈ। ਭਾਵ ਕਿ ਬਚਪਨ, ਜਵਾਨੀ, ਬੁਢਾਪਾ ਅਤੇ ਮ੍ਰਿਤੂ, ਮਤਲਬ ਇੱਕ ਆਕਾਰ ਦੇ ਵਿੱਚ ਜੋਤ ਟਿਕਾਈ। ਉਹ ਆਕਾਰ ਬੜੀਆਂ ਅਵਸਥਾਵਾਂ, ਬੜੇ ਪੜਾਵਾਂ 'ਚੋਂ ਬਦਲ ਕੇ ਲੰਘਿਆ ਅਤੇ ਆਖਰ ਨੂੰ ਸਮਾਪਤ ਹੋ ਗਿਆ। ਪਰ ਉਹ ਪਰਮ ਜੋਤ ਜਿਹੜੀ ਇਹਦੇ ਵਿੱਚ ਸਦੀਵ ਵਿਆਪਤ ਸੀ, ਉਹ ਨਾ ਖਤਮ ਹੋ ਸਕੀ, ਨਾ ਉਸ ਨੂੰ ਘਟਾਇਆ ਜਾ ਸਕਿਆ ਅਤੇ ਨਾ ਉਸ ਨੂੰ ਖਤਮ ਕੀਤਾ ਜਾ ਸਕਿਆ। ਮਤਲਬ ਉਹ ਆਤਮ ਸਰੂਪ ਆਤਮਾ ਉਸੇ ਹੀ ਰੂਪ ਦੇ ਵਿੱਚ, ਉਸੇ ਹੀ ਜਲਾਓ ਦੇ ਵਿੱਚ ਰਹੀ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਚੁੱਤ। ਭਾਵ ਕਿ ਹੁਣ ਜਦੋਂ ਇਹ ਸਾਰਾ ਜਗਤ ਪ੍ਰਕਾਸ਼ਮਾਨ ਹੈ ਤਾਂ ਇਹਦਾ ਮਤਲਬ ਨਹੀਂ ਕਿ ਇਹ ਸਾਰੀ ਰਚਨਾ ਉਹਦੇ ਤੋਂ ਵੱਖ ਹੋ ਗਈ ਹੈ। ਇਹ ਸਾਰੀ ਰਚਨਾ ਵੀ ਉਹਦੇ ਵਿੱਚ ਸਮਾ ਰਹੀ ਹੈ, ਕਿਉਂਕਿ ਹੁਕਮ ਰੂਪ ਕਰਕੇ ਉਸਨੇ ਸਾਰੇ ਜਗਤ ਨੂੰ ਨੱਥਿਆ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਚੁੱਤ। ਭਾਵ ਕਿ ਉਸ ਦਾ ਸਰੂਪ ਸਦਾ ਇੱਕ ਸਮਾਨ ਰਹਿੰਦਾ ਹੈ। ਭਾਵੇਂ ਉਹਦਾ ਸਰੂਪ ਜਦੋਂ ਸਰਗੁਣਤਾ ਵਿੱਚ ਪ੍ਰਗਟ ਹੁੰਦਾ ਹੈ, ਉਹਦੇ ਰੂਪ ਆਕਾਰ ਬਿਨਸਦੇ ਰਹਿੰਦੇ ਹਨ, ਪਰ ਉਹਦੇ ਵਿੱਚ ਅੰਤਮ ਤੱਤ ਜਿਹੜਾ ਪਰਮੇਸ਼ਰ ਹੈ ਉਹ ਸਦੀਵ ਇੱਕੋ ਜਿਹਾ ਰਹਿੰਦਾ ਹੈ। ਗੁਣਗਯੰ ਅਤੇ ਗੁਣਾਂ ਨੂੰ ਜਾਣਨ ਵਾਲਾ ਹੈ। ਹੁਣ ਜੇ ਕਦੀ ਅਸੀਂ ਆਪਣੀ ਦ੍ਰਿਸ਼ਟੀ ਨੂੰ ਬਾਰੀਕ ਕਰੀਏ ਨਾ, ਤਾਂ ਸਾਨੂੰ ਸਮਝ ਆਏਗਾ ਕਿ ਅਕਾਲ ਪੁਰਖ ਦੇ ਬਾਰੇ ਅਸੀਂ ਗੁਣ ਨਿਧਾਨ ਸ਼ਬਦ ਵੀ ਵਰਤਦੇ ਹਾਂ। ਵਿਸ਼ੇਸ਼ਣ ਰੂਪ ਹੈ ਕਿ ਉਹ ਗੁਣਾਂ ਦਾ ਖਜ਼ਾਨਾ ਹੈ। ਹੁਣ ਇੱਕ ਵਾਰੀ ਆਪਣੀ ਮਤਲਬ ਘੰਟੇ 2 ਘੰਟੇ ਲਈ ਆਪਣਾ ਵਿਸ਼ੇਸ਼ ਤੌਰ 'ਤੇ ਦ੍ਰਿਸ਼ਟੀਕੋਣ ਬਣਾ ਲਈਏ ਕਿ ਅੱਜ ਉਸ ਪਰਮੇਸ਼ਰ ਨੂੰ ਗੁਣ ਰੂਪ ਦੇ ਵਿੱਚ ਦੇਖਣਾ ਹੈ, ਗੁਣ ਰੂਪ ਦੇ ਵਿੱਚ ਬੁੱਝਣਾ ਕਿ ਉਹ ਕਿਸ ਕਿਸ ਰਚਨਾ ਦੇ ਵਿੱਚ ਗੁਣ ਕਰਕੇ ਸਮਾਇਆ ਹੋਇਆ। ਸ੍ਰਿਸ਼ਟੀ ਦੀ ਸਭ ਤੋਂ ਛੋਟੀ ਰਚਨਾ ਹੈ ਕੀੜੀ। ਕੀੜੀ ਦੀ ਹਸਤੀ ਜਿਹੜੀ ਬਹੁਤੀ ਵਾਰੀ ਨਜ਼ਰ ਵੀ ਨਹੀਂ ਆਉਂਦੀ, ਜੇ ਨਜ਼ਰ ਵੀ ਆਉਂਦੀ ਹੈ ਤਾਂ ਇੰਨੀ ਛੋਟੀ ਕਿ ਉਹਦੀ ਹਸਤੀ ਮਹਿਸੂਸ ਹੀ ਨਹੀਂ ਹੁੰਦੀ। ਹੁਣ ਬੁੱਝਣਾ ਪਵੇਗਾ ਕਿ ਇਸ ਛੋਟੀ ਰਚਨਾ ਦੇ ਵਿੱਚ ਮਾਲਕ ਨੇ ਆਪਣਾ ਕਿਹੜਾ ਗੁਣ ਟਿਕਾਇਆ ਹੋਇਆ। ਉਸ ਛੋਟੀ ਰਚਨਾ ਦੇ ਵਿੱਚ ਸਭ ਤੋਂ ਪਹਿਲਾਂ ਮਾਲਕ ਨੇ ਆਪਣੀ ਸੱਤਾ ਟਿਕਾਈ ਹੋਈ ਹੈ ਕਿ ਉਹ ਵੀ ਸਾਡੇ ਵਾਂਗ ਚੱਲਦੀ ਹੈ, ਰਿਜ਼ਕ ਦਾ ਆਹਾਰ ਸਭ ਕੁਝ ਕਰਦੀ ਹੈ। ਔਰ ਸਭ ਤੋਂ ਵੱਡੀ ਗੱਲ, ਉਹਦੇ ਜੀਵਨ ਦਾ ਗੁਣ ਮਾਲਕ ਨੇ ਉਹਦੇ ਅੰਦਰ ਅਥਾਹ ਉਦਮ ਸਮਾਇਆ ਹੋਇਆ। ਕਦੀ ਵੀ ਕੀੜੀ ਦਾ ਜੀਵਨ ਦੇਖਿਓ ਠਹਿਰਿਆ ਹੋਇਆ ਨਹੀਂ ਮਿਲੇਗਾ। ਹਮੇਸ਼ਾ ਉਹ ਇੱਕ ਗਤੀ ਦੇ ਵਿੱਚ ਰਹਿੰਦੀ, ਗਤੀਸ਼ੀਲ ਰਹਿੰਦੀ। ਇਹਦਾ ਮਤਲਬ ਸਭ ਤੋਂ ਛੋਟੀ ਹਸਤੀ ਦੇ ਵਿੱਚ ਵੀ ਮਾਲਕ ਨੇ ਆਪਣਾ ਉਦਮ ਰੂਪ ਗੁਣ ਹੈ ਉਹਨੂੰ ਦਿੱਤਾ ਹੋਇਆ, ਜਿਹਦੇ ਕਰਕੇ ਉਹ ਹਰ ਵੇਲੇ ਕਿਰਿਆਸ਼ੀਲ ਰਹਿੰਦੀ ਹੈ। ਉਸ ਤੋਂ ਇਲਾਵਾ ਸਭ ਤੋਂ ਵੱਡੀ ਹਸਤੀ ਬਨਸਪਤੀ ਦੇ ਵਿੱਚ ਹੈ ਹਾਥੀ ਵਰਗੇ ਜੀਵ। ਹੁਣ ਹਾਥੀ ਵਰਗੇ ਜੀਵ ਨੂੰ ਮਾਲਕ ਨੇ ਇੰਨਾ ਬਲ ਦਿੱਤਾ ਹੋਇਆ ਹੈ ਕਿ ਉਹ ਆਪਣੇ ਬਲ ਦੇ ਨਾਲ ਜੋ ਮਰਜ਼ੀ ਚਾਹੇ ਪਲਟਾ ਸਕਦਾ ਹੈ। ਇਸੇ ਪ੍ਰਕਾਰ ਜਿਵੇਂ ਹੁਣ ਦੇਖੀਏ ਮੋਰ ਵਰਗੇ ਪੰਛੀ ਹਨ, ਇੰਨੀ ਸੁੰਦਰਤਾ ਦਿੱਤੀ ਹੈ ਕਿ ਉਸ ਨੂੰ ਦੇਖ ਕੇ ਮਨੁੱਖ ਨੂੰ ਆਪਣੀ ਸੁੰਦਰਤਾ ਵੀ ਭੁੱਲ ਜਾਂਦੀ ਹੈ। ਸ੍ਰਿਸ਼ਟੀ ਦੀ ਕੋਈ ਵੀ ਰਚਨਾ ਦੇਖ ਲਈਏ, ਕੋਈ ਵੀ ਰਚਨਾ, ਤਾਂ ਉਸ ਨੂੰ ਕਿਸੇ ਨਾ ਕਿਸੇ ਖਾਸ ਗੁਣ ਦੇ ਨਾਲ ਮਨੁੱਖ ਅਕਾਲ ਪੁਰਖ ਨੇ ਨਵਾਜਿਆ। ਅਤੇ ਗੁਰੂ ਸਾਹਿਬ ਜੀ ਕਹਿੰਦੇ ਗੁਣਗਯੰ,
इस करके मालक तू गुणां नूं जानन वाला है कि किस जीव नूं किहड़ा गुण दे के नवाजਣਾ, ਉਹਦੇ जीवन की उपमा किहड़े गुण करके करवाउणी है, तू इस ढंग नूं बड़े उत्तम तरीके नाल जाणदा है। हुण जिवें मनुख की गल ही कर लई जाए, मनुख दे कोलों जुबान है सारिਆਂ दे कोल, पर एक संगीतकार दे कोलों जुबान है, ਉਹਦੇ ਵਿੱਚੋਂ राग प्रगट करदा। जदों ਉਹ आलाप करदा है, तान लगाउंदा है, तां उस दी आवाज़ दे विचों रस पैदा हुंदा जिहड़ा दूजिਆਂ ਦੇ ਹਿਰਦਿਆਂ ਨੂੰ ਜਿਹੜਾ है ਸਮੋਹਿਤ करदा, मंत्र मुग्ध करदा। एक रागी जदों भिज के राग गाउंदा है तो सुनने वाले का हिरदा अपने आप द्रविया जाता, एकाग्र हो जाता है। जुबान तो उही है, हुण इहदे अंदर जिहड़ा आवाज़ का गुण है मधुर होण दा, वो मालक ने व्याप दिता। भाव जिवें कोयल है, जुबान तो कोयल को भी है, जुबान कां दे कोल भी है। कां दा गाउणा मनुख नूं थोड़ा चुभदा है, कोयल दा गाउणा मनुख नूं मधुर लगदा है। आवाज़ आकार इक्को है, पर उहदे अंदरला गुण मालक ने अपने हिसाब दे नाल रखिया होया है। हुण इसे प्रकार उही मनुख है जिहड़ा संगीत आदਿਕ गुण गाउंदा है, उसे प्रकार उही मनुख जिहदे अंदर जदों मालक बुद्धि दी दात पा दिंदा है, तां फिर उहदी जुबान तो बड़े ज्ञान भरे वचन निकलदे ने, बड़े प्रेरणामयी वाक निकलते हैं, जिहदे नाल दूजिਆਂ ਦੇ जीवन का उधार हुंदा है। उही जुबान है जदों गा रही है, उरों मंत्र मुग्ध कर रही है, जदों ज्ञान दे वाक कथ रही है, उरों उहदे ज्ञान दे वाक दूजिਆਂ ਦੇ ਲਈ रोशनी का काम कर रहे हैं। तो इस प्रकार गुरु साहब जी कहते गुणज्ञं, भाव कि तू गुण रूप करके मालक व्यापत है। तो और दूजी गल, जिवें उदाहरण के तौर पर साडे घरां विच बच्चे हुंदे ने, ਉਹ ਕੁਦਰਤੀ ਸੁੰਦਰਤਾ ਵੀ ਉਹਨਾਂ ਦੀ ਹੁੰਦੀ ਹੈ ਆਪਣੇ ਆਪ ਦੇ ਵਿੱਚ ਕਿ ਉਹਨਾਂ ਦਾ ਰੰਗ ਸਵੱਛ ਹੁੰਦਾ ਹੈ, ਉਹਨਾਂ ਦਾ ਜਿਹੜੀ ਚਿਹਰਾ ਮੋਹਰ ਹੈ ਬੜਾ ਆਕਰਸ਼ਕ ਹੁੰਦਾ ਹੈ। ਕੁਦਰਤੀ ਤੌਰ 'ਤੇ ਵੀ ਉਹਨਾਂ ਵਿੱਚ ਸੁੰਦਰਤਾ ਹੁੰਦੀ ਹੈ, ਇੱਕ ਖਾਸ ਤਰ੍ਹਾਂ ਦੀ ਖਿੱਚ ਹੁੰਦੀ ਹੈ। ਪਰ ਫਿਰ ਵੀ ਅਸੀਂ ਯਤਨ ਕਰਦੇ ਹਾਂ ਕਿ ਉਹਨਾਂ ਨੂੰ ਚੰਗੇ ਕੱਪੜੇ ਜਾਂ ਕਿਸੇ ਤਰ੍ਹਾਂ ਦੇ ਗਹਿਣੇ ਆਦਿਕ ਪਹਿਨਾ ਕੇ ਉਹਨਾਂ ਨੂੰ ਹੋਰ ਸੁੰਦਰ ਬਣਾਇਆ ਜਾਵੇ। ਇਸ ਕਰਕੇ ਅਕਾਲ ਪੁਰਖ ਨੂੰ ਇਸ ਰੂਪ ਤੋਂ ਵੀ ਸਮਝਣਾ ਪਏਗਾ, ਜਿਵੇਂ ਅਸੀਂ ਆਖਦੇ ਨਾ ਪਾਵਨ ਬਾਣੀ ਦੇ ਵਿੱਚ, ਜਿਨ ਤੂੰ ਸਾਜ ਸਵਾਰ ਸਿੰਗਾਰਿਆ। ਹੁਣ ਕੱਲਾ ਸਾਨੂੰ ਮਨੁੱਖ ਮਾਲਕ ਨੇ ਜਨਮ ਨਹੀਂ ਦਿੱਤਾ ਇਸ ਸੰਸਾਰ ਦੇ ਵਿੱਚ, ਜਾਂ ਕੱਲਾ ਰਿਜ਼ਕ ਨਹੀਂ ਦੇ ਦਿੱਤਾ, ਜਾਂ ਕੱਲੇ ਭੈਣ ਭਰਾ ਮਾਤਾ ਪਿਤਾ ਦੇ ਸੰਬੰਧੀ ਨਹੀਂ ਦੇ ਦਿੱਤੇ। ਦਾਰ ਉਸਲੇ ਉਸਨੇ ਜਾਣਿਆ ਕਿ ਇਹਦੇ ਜੀਵਨ ਨੂੰ ਕਿਹੜੇ ਗੁਣ ਦੀ ਵਡਿਆਈ ਦੇਣੀ ਹੈ ਕਿ ਉਸ ਗੁਣ ਕਰਕੇ ਵੀ ਲੋਕ ਜਾਣਨ। ਹੁਣ ਜਿਵੇਂ ਸਾਨੂੰ ਕਈ ਲੋਕ ਜਾਣਦੇ ਨੇ, ਉਹ ਸਾਨੂੰ ਨਾਮ ਜਾਤ ਅਹੁਦਾ ਰੰਗ ਜਾਂ ਹੋਰ ਕਈ ਕਾਰਨਾਂ ਕਰਕੇ ਵੀ ਜਾਣਦੇ ਨੇ, ਪਰ ਬਹੁਤੇ ਐਸੇ ਵੀ ਹੋਣਗੇ ਜਿਹੜੇ ਸਾਨੂੰ ਸਾਡੇ ਅਕਾਲ ਪੁਰਖ ਦੁਆਰਾ ਦਿੱਤੇ ਹੋਏ ਕਿਸੇ ਗੁਣ ਕਰਕੇ ਜਾਣਦੇ ਹੋਣਗੇ। ਹੁਣ ਉਦਾਹਰਨ ਦੇ ਤੌਰ 'ਤੇ ਹੁਣ ਮਨੁੱਖ ਹੈ, ਸਾਡੀ ਫਿਤਰਤ ਇੱਕ ਜਗ੍ਹਾ ਗੁਰਬਾਣੀ ਨੇ ਦੱਸੀ ਹੈ। ਸਾਡੇ ਕੋਲ ਕੋਈ ਗੁਣ ਆ ਜਾਵੇ ਨਾ, ਅਸੀਂ ਦੂਜੇ ਤੱਕ ਪਹੁੰਚਾਉਣ ਦੇ ਵਿੱਚ ਝਿਜਕ ਰੱਖਦੇ ਹਾਂ ਕਿ ਇਹਦਾ ਕਿਤੇ ਸਿਫਤ ਨਾ ਹੋ ਜਾਵੇ ਇਸ ਗੁਣ ਦੇ ਨਾਲ। ਤਾਂ ਗੁਰਬਾਣੀ 'ਚ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਇਹ ਤੇ ਗੁਣ ਇਹਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ। ਕੋਈ ਐਸਾ ਸੰਸਾਰ ਦਾ ਇੱਕ ਜੀਵ ਲੱਭ ਕੇ ਦਿਖਾ ਲਓ ਜਿਹੜਾ ਕਿਸੇ ਗੁਣ ਤੋਂ ਵਿਹੂਣਾ ਹੋਵੇ। ਕਹਿੰਦੇ ਕਿਸੇ ਨਗਰ ਦੇ ਵਿੱਚ ਬਹੁਤ ਵੱਡਾ ਨਸ਼ਈ ਇਨਸਾਨ ਸੀ, ਬਹੁਤ ਜ਼ਿਆਦਾ ਨਸ਼ਾ ਕਰਦਾ ਸੀ। ਦੋ ਇਨਸਾਨਾਂ ਦੇ ਵਿੱਚ ਵਿਚਾਰ ਹੋ ਗਈ, ਬਹਿਸ ਹੋ ਗਈ ਕਿ ਇਸ ਨਸ਼ਈ ਆਦਮੀ ਨੂੰ ਆਤਮ ਜਿਹੜਾ ਹੈ ਉਹ ਕੀ ਮਨੁੱਖ ਮਤਲਬ ਮਾਲਕ ਨੇ ਕਿਹੜਾ ਗੁਣ ਦਿੱਤਾ, ਬੁੱਝੀਏ ਤਾਂ ਸਹੀ। ਬੜੇ ਦਿਨ ਵਿਚਾਰ ਕਰਦੇ ਰਹੇ, ਕਿਸੇ ਸਿੱਟੇ 'ਤੇ ਨਾ ਪਹੁੰਚ ਸਕੇ। ਇੱਕ ਦਿਨ ਫਿਰ ਕਿਸੇ ਸਿਆਣੇ ਪੁਰਖ ਦੇ ਕੋਲ ਗਏ, ਕਹਿਣ ਲੱਗੇ ਕਿ ਇੱਕ ਗੱਲ ਅਸੀਂ ਜਾਣਦੇ ਹਾਂ ਕਿ ਮਾਲਕ ਨੇ ਹਰੇਕ ਜੀਵ ਨੂੰ ਇੱਕ ਗੁਣ ਦੇ ਨਾਲ, ਘੱਟੋ ਉਂਝ ਤਾਂ ਬਹੁਤ ਗੁਣਾਂ ਦੇ ਨਾਲ, ਪਰ ਇੱਕ ਪ੍ਰਮੁੱਖ ਗੁਣ ਦੇ ਨਾਲ ਮਨੁੱਖ ਨੂੰ ਨਵਾਜਿਆ ਹੋਇਆ ਹੈ। ਪਰ ਸਾਡੇ ਨਗਰ ਦਾ ਇੱਕ ਨਸ਼ਈ ਇਨਸਾਨ ਹੈ, ਅਤ ਨਸ਼ਈ ਹੈ, ਸਾਨੂੰ ਉਹਦੇ ਜੀਵਨ 'ਚ ਗੁਣ ਦੇਖਣਾ ਨਹੀਂ ਆ ਰਿਹਾ ਕਿ ਉਹਦੇ ਅੰਦਰ ਵੀ ਕੋਈ ਗੁਣ ਹੋਏਗਾ। ਉਹ ਇਨਸਾਨ ਕਹਿਣ ਲੱਗਾ ਬੇਸ਼ੱਕ ਜ਼ਰੂਰ ਹੋਏਗਾ। ਕਹਿੰਦਾ ਮੈਨੂੰ ਉਹਨੂੰ ਦੇਖਣਾ ਪਏਗਾ। ਉਸ ਨੂੰ ਦੇਖਿਆ, ਕੁਝ ਦਿਨਾਂ ਬਾਅਦ ਉਹਨਾਂ ਨੂੰ ਕਹਿਣ ਲੱਗਾ ਦੇਖੋ ਤੁਸੀਂ, ਉਹ ਨਸ਼ਾ ਕਰਦਾ ਹੈ। ਇਸ ਤਰ੍ਹਾਂ ਦੇਖੋ ਕਿ ਜਦੋਂ ਨਸ਼ਾ ਕਰਨ ਜਾਂਦਾ ਉਹਨੂੰ ਕਿੰਨਿਆਂ ਆਪਣੇ ਸੰਬੰਧੀਆਂ ਦੇ ਘਰੋਂ ਅੱਗੋਂ ਗੁਜ਼ਰ ਕੇ ਨਸ਼ੇ ਵਾਲੀ ਥਾਂ 'ਤੇ ਜਾਣਾ ਪੈਂਦਾ। ਸਭ ਤੋਂ ਪਹਿਲਾਂ ਉਹ ਬੇਪਰਵਾਹ ਹੋ ਜਾਂਦਾ ਕਿ ਮੈਨੂੰ ਕੋਈ ਦੇਖਦਾ ਹੀ ਨਹੀਂ, ਔਰ ਇਹ ਵੀ ਗੱਲ ਦੀ ਪਰਵਾਹ ਛੱਡ ਦਿੰਦਾ ਕਿ ਕੋਈ ਮੈਂ ਗਲਤ ਕਰਮ ਕਰ ਰਿਹਾ ਹਾਂ।
ਦੂਜਾ ਕਹਿੰਦਾ ਉਹ ਆਪਣਾ ਨਸ਼ੇ ਦੀ ਪੂਰਤੀ ਦੇ ਲਈ ਸਿਰ ਤੋੜ ਯਤਨ ਕਰਦਾ, ਮੰਗਦਾ ਵੀ ਹੈ, ਲੁੱਟ ਵੀ ਕਰਦਾ, ਸਭ ਕੁਝ ਹੀ ਕਰਦਾ ਹੈ। ਤੀਜਾ ਗੁਣ ਜਦੋਂ ਨਸ਼ਾ ਉਹਦੇ ਦੇ ਉੱਪਰ ਹਾਵੀ ਹੋ ਜਾਂਦਾ ਹੈ ਅਤੇ ਉਹ ਭਾਵੇਂ ਕਿਤੇ ਵੀ ਡਿੱਗਿਆ ਹੋਵੇ, ਕਿਵੇਂ ਦੀ ਵੀ ਹਾਲਤ ਵਿੱਚ ਹੋਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹਦਾ ਮਤਲਬ ਉਹਦੀ ਆਪਣੇ ਨਸ਼ੇ ਦੇ ਨਾਲ ਇੰਨੀ ਜ਼ਿਆਦਾ ਪ੍ਰੀਤ ਹੈ। ਇਹ ਉਹਦੇ ਅੰਦਰ ਇੱਕ ਉਹਦੀ ਵਿਸ਼ੇਸ਼ਤਾ ਹੈ, ਇੱਕ ਉਹਦਾ ਗੁਣ ਹੈ। ਅਤੇ ਇਸ ਪ੍ਰਕਾਰ ਫਿਰ ਉਹ ਇਨਸਾਨ ਕਹਿਣ ਲੱਗਾ ਕਿ ਇੱਕ ਅਮਲੀ ਦੀ ਇੰਨੀ ਪ੍ਰੀਤ ਨਸ਼ੇ ਨਾਲ ਹੋ ਸਕਦੀ ਹੈ, ਨਸ਼ੇ ਬਦਲੇ ਉਹ ਇੰਨਾ ਕੁਝ ਕਰ ਸਕਦਾ ਹੈ। ਅਸੀਂ ਜਿਹੜੇ ਧਾਰਮਿਕ ਜਾਂ ਭਗਤ ਜਾਂ ਜੋ ਵੀ ਅਖਵਾਉਂਦੇ ਹਾਂ, ਕੀ ਸਾਡੀ ਇੰਨੀ ਪ੍ਰੀਤ ਸਾਡੇ ਆਪਣੇ ਕਿਸੇ ਕਰਤੱਵ ਦੇ ਨਾਲ ਹੈ? ਕੀ ਅਸੀਂ ਆਪਣੇ ਕਿਸੇ ਕਰਤੱਵ ਲਈ ਇੰਨਾ ਕੁਝ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਉਹ ਕਹਿਣ ਲੱਗੇ ਵਾਕਿਆ ਇਸੇ ਕਰਕੇ ਗੁਰਬਾਣੀ 'ਚ ਆਉਂਦਾ ਹੈ। ਗੁਰਬਾਣੀ ਸਤਿਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਬਹੁਤ ਜਗ੍ਹਾ ਪ੍ਰਮਾਣ ਦਿੱਤੇ ਹੋਏ ਹਨ ਕਿ ਅਮਲੀ ਜੀਵੈ ਅਮਲ ਖਾਏ ਤੂੰ ਹਰ ਜਨ ਜੀਵੈ ਨਾਮ ਧਿਆਏ। ਇਸੇ ਕਰਕੇ ਭਗਤ ਨਾਮਦੇਵ ਜੀ ਇੱਕ ਜਗ੍ਹਾ ਫਰਮਾਉਂਦੇ ਹਨ, ਜੈਸੀ ਭੂਖੈ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ, ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਾਰਾਇਣ। ਭਾਵ ਕਿ ਉਹਦੇ ਜੀਵਨ 'ਚ ਵੀ ਕੋਈ ਨਾ ਕੋਈ ਗੁਣ ਸਮਾਇਆ। ਹੁਣ ਜਿਵੇਂ ਇੱਕ ਵਾਹ ਕਿਹਾ ਜਾਂਦਾ, ਲਸਣ ਦੀ ਦੁਰਗੰਧ ਹੁੰਦੀ ਹੈ, ਪਰ ਅਸੀਂ ਜਾਣਦੇ ਹਾਂ ਉਸ ਦੀ ਦੁਰਗੰਧ ਤੋਂ ਅਗਰ ਪਾਰ ਪਾ ਲਿਆ ਜਾਵੇ ਤਾਂ ਉਹ ਇੱਕ ਔਸ਼ਧੀ ਦਾ ਗੁਣ ਧਾਰਨ ਕਰ ਜਾਂਦਾ ਹੈ, ਜੋ ਸਰੀਰ ਦੀ ਖੂਨ ਦੀ ਜਿਹੜੀ ਤਰਲਤਾ ਹੈ ਉਹਨੂੰ ਕਾਇਮ ਰੱਖਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਚੁੱਤ ਗੁਣਗਯੰ ਔਰ ਪੂਰਨੰ। ਇਹ ਨਹੀਂ ਕਿ ਕੋਈ ਗੁਣ ਤੇਰਾ ਮਾਲਕ ਅਧੂਰਾ ਹੈ, ਉਹ ਗੁਣ ਪੂਰਾ ਹੈ। ਅਤੇ ਜੇ ਹੁਣ ਇਸੇ ਕਰਕੇ ਮਨੋਵਿਗਿਆਨ ਵਾਲੇ ਆਖਦੇ ਨੇ ਕਿ ਜੇ ਮਨੁੱਖ ਨੂੰ ਆਪਣੀ ਕੁਦਰਤੀ ਪ੍ਰਤਿਭਾ ਪਛਾਣਨੀ ਆ ਜਾਵੇ ਤਾਂ ਉਸ ਨੂੰ ਆਪਣੇ ਜੀਵਨ ਦਾ ਪਰਮ ਆਨੰਦ ਮਾਨਣਾ ਆ ਜਾਵੇਗਾ। ਸਾਨੂੰ ਕਦੀ ਇਸ ਤੁਲਨਾ 'ਚ ਨਹੀਂ ਪੈਣਾ ਚਾਹੀਦਾ ਕਿ ਉਹਨੂੰ ਮਾਲਕ ਨੇ ਆਹ ਗੁਣ ਦੇ ਦਿੱਤਾ, ਮੈਨੂੰ ਇਹ ਕਿਹਨੇ ਦਿੱਤਾ। ਸਾਡੇ ਕੋਲੋਂ ਜਿਹੜਾ ਵੀ ਗੁਣ ਹੈ ਉਹਨੂੰ ਭਰਪੂਰ ਦੇ ਰੂਪ ਦੇ ਵਿੱਚ ਕਹਿੰਦੇ ਕਿਸੇ ਪ੍ਰੇਰਣਾਤਮਕ ਗੱਲ ਹੈ ਕਿ ਕੈਂਚੀ ਅਤੇ ਸੂਈ ਦੇ ਵਿੱਚ ਬਹਿਸ ਹੋ ਗਈ ਤਾਂ ਕੈਂਚੀ ਕਹਿਣ ਲੱਗੀ ਸੂਈ ਨੂੰ, ਤੇਰੀ ਕਾਹਦੀ ਹਸਤੀ ਹੈ, ਨਿੱਕੀ ਜੀ ਤੂੰ ਹੈਗੀ ਹੈ, ਨਾ ਤੈਨੂੰ ਕਹਿੰਦੇ ਮਤਲਬ ਕਿਤੇ ਵੀ ਨਹੀਂ। ਤਾਂ ਉਹ ਫਿਰ ਮਤਲਬ ਕਾਫੀ ਸਮਾਂ ਉਹ ਪਰੇਸ਼ਾਨ ਰਹੀ। ਆਖਰ ਇੱਕ ਦਿਨ ਸੂਈ ਨੇ ਜਵਾਬ ਦਿੱਤਾ, ਕਹਿੰਦੀ ਪਹਿਲਾਂ ਤਾਂ ਮੇਰਾ ਗੁਣ ਹੈ ਮੈਂ ਜੋੜਦੀ ਹਾਂ, ਕਿੰਨਾ ਵੀ ਬਰੀਕ ਲੀਰਾ ਵੀ ਕਿਉਂ ਨਾ ਆਉਣ ਉਹ ਵੀ ਮੈਂ ਜੋੜ ਦਿੰਦੀ ਹਾਂ। ਦੂਜੀ ਗੱਲ, ਦਰਜੀ ਮੈਨੂੰ ਸਿਰ ਦੇ ਵਿੱਚ ਲਾ ਕੇ ਰੱਖਦਾ। ਆਮ ਕਰਕੇ ਦਰਜੀ ਜਿਹਦੀ ਸੂਈ ਆਦਿਕ ਹੁੰਦੀ ਹੈ ਉਹਨੂੰ ਉੱਚੇ ਥਾਂ 'ਤੇ ਰੱਖਦੇ, ਸਿਰ 'ਤੇ ਭਾਵੇਂ ਨਾ ਰੱਖਣ, ਥੋੜ੍ਹਾ ਉੱਚੇ ਥਾਂ 'ਤੇ ਰੱਖਦੇ। ਕਹਿਣ ਲੱਗੇ ਤੂੰ ਕੱਟਣ ਦਾ ਕਾਰਜ ਕਰਦੀ ਹੈ, ਅਕਸਰ ਦੇਖਣ ਦੇ ਵਿੱਚ ਆਉਂਦਾ ਤੂੰ ਪੈਰਾਂ ਦੇ ਵਿੱਚ ਪਈ ਹੁੰਦੀ ਹੈ। ਇਹਦਾ ਮਤਲਬ ਮਾਲਕ ਨੇ ਦੇਖਿਆ ਕਿ ਹੁਣ ਮੈਂ ਰਚਨਾ 'ਤੇ ਸਾਜ ਲਈ ਹੈ, ਹੁਣ ਇਸ ਰਚਨਾ ਦੇ ਵਿੱਚ ਗੁਣ ਵੀ ਪਾਉਣੇ ਹਨ ਤਾਂ ਕਿ ਇਹ ਰਚਨਾ ਸੋਹਣੀ ਲੱਗੇ। ਹੁਣ ਉਦਾਹਰਨ ਦੇ ਤੌਰ 'ਤੇ ਮਿੱਟੀ ਇੱਕੋ ਤਰ੍ਹਾਂ ਦੀ ਹੈ, ਉਹਦੇ ਵਿੱਚੋਂ ਅਨੇਕਾਂ ਤਰ੍ਹਾਂ ਦੇ ਫੁੱਲ ਪੈਦਾ ਹੁੰਦੇ ਨੇ। ਹੈਰਾਨਗੀ ਤਾਂ ਉਦੋਂ ਵਾਪਰਦੀ ਹੈ, ਉਸੇ ਖੇਤ ਦੇ ਵਿੱਚੋਂ ਮਿਰਚ ਪੈਦਾ ਹੋ ਰਹੀ ਹੈ, ਉਸੇ ਖੇਤ ਦੇ ਵਿੱਚੋਂ ਗੰਨਾ ਪੈਦਾ ਹੋ ਰਿਹਾ। ਮਿੱਟੀ ਇੱਕੋ ਤਰ੍ਹਾਂ ਦੀ ਹੈ, ਪਾਣੀ ਵੀ ਇੱਕੋ ਤਰ੍ਹਾਂ ਦਾ ਹੈ। ਇਹਦਾ ਮਤਲਬ ਮਾਲਕ ਗੁਣ ਰੂਪ ਵਿਆਪਤ ਜਾਣਦਾ ਕਿ ਕਿਸੇ ਜੀਵ ਨੂੰ ਕਿਵੇਂ ਗੁਣ ਦੇ ਨਾਲ ਸੁਸ਼ੋਭਿਤ ਕਰਨਾ ਹੈ। ਇਸ ਕਰਕੇ ਸਾਨੂੰ ਗੁਰਬਾਣੀ ਨੇ ਇੱਕ ਜੀਵਨ ਦੀ ਜੁਗਤ ਵੀ ਦੱਸੀ ਹੈ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਅੱਜ ਅਸੀਂ ਆਪਣੇ ਬੜੇ ਵਿਰੋਧੀ ਗਿਣਦੇ ਹਾਂ ਜੀ, ਸਾਡਾ ਇਹ ਵਿਰੋਧੀ ਹੈ, ਸਾਡਾ ਇਸ ਮਤਲਬ ਭਲਾ ਚਾਹੁਣ ਵਾਲਾ ਨਹੀਂ ਹੈ। ਦਰਅਸਲ ਉਹ ਪਤਾ ਗੁਣ ਕਦੋਂ ਸਮੱਸਿਆ ਪੈਦਾ ਹੁੰਦੀ ਹੈ, ਜਦੋਂ ਅਸੀਂ ਮਨੁੱਖ ਦੇ ਗੁਣਾਂ ਦੀ ਬਜਾਏ ਉਹਦੇ ਅਵਗੁਣਾਂ ਨੂੰ ਚੀਨਣਾ ਸ਼ੁਰੂ ਕਰ ਦਿੰਦੇ। ਔਰ ਦੂਜੀ ਗੱਲ, ਸੰਸਾਰ ਦੀ ਇੱਕ ਕਹਾਵਤ ਹੈ, ਮਨੁੱਖ ਗਲਤੀਆਂ ਦਾ ਪੁਤਲਾ ਹੈ, ਪਰਿਪੂਰਨਤਾ ਉਹ ਮਾਲਕ ਆਪ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮਨੁੱਖ ਦੀ ਹਸਤੀ ਸਦਾ ਹੀ ਅਧੂਰੀ ਰਹੇਗੀ। ਇਸ ਕਰਕੇ ਮਨੁੱਖ ਦੀ ਹਸਤੀ ਨੂੰ ਨਾ ਚੀਨੋ, ਉਸ ਮਾਲਕ ਨੂੰ ਚੀਨੋ ਕਿ ਉਹ ਇਹਦੇ ਅੰਦਰ ਕਿਵੇਂ ਵਿਆਪਤ ਹੈ। ਮੈਂ ਕਈ ਵਾਰੀ ਬਹੁਤ ਬਾਰੀਕੀ ਦੇ ਨਾਲ ਬੁੱਝਦਾ ਹੁੰਦਾ ਕਿ ਹਰੇਕ ਜੀਵ ਨੂੰ ਮਾਲਕ ਨੇ ਕਿਸ ਕਿਸ ਗੁਣ ਦੇ ਨਾਲ ਨਵਾਜਿਆ ਹੈ। ਭਾਵੇਂ ਮੈਂ ਜਾਣ ਲੈਣਾ, ਵੱਖਰੀ ਗੱਲ, ਨਹੀਂ ਦੱਸਦਾ ਕਈ ਵਾਰੀ ਕਿਸੇ ਨੂੰ, ਤਾਂ ਮਤਲਬ ਕੀ ਹੈ, ਇਹ ਵੀ ਸਾਡੇ ਨਾਮ ਸਿਮਰਨ ਦਾ ਇੱਕ ਢੰਗ ਹੈ ਕਿ ਅਸੀਂ ਉਸ ਮਾਲਕ ਨੂੰ ਹਾਜ਼ਰਾ ਹਜ਼ੂਰ ਰੂਪ ਦੇ ਵਿੱਚ ਦੇਖੀਏ ਕਿ ਉਹ ਕਿਵੇਂ ਕਿਵੇਂ ਪਸਰਿਆ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪੂਰਨੰ, ਪੂਰਿਆ ਹੋਇਆ ਹੈ, ਬਾਹੂ ਲੋਕ ਕਿਰਪਾਲਾ, ਅਤੇ ਸਮਸਤ ਜਗਤ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਹੁਣ ਅਸੀਂ ਜਦੋਂ ਮਾਲਕ ਦੇ ਪ੍ਰਤਪਾਲਕ ਗੁਣ ਨੂੰ ਦੇਖਣਾ ਹੋਵੇ ਤਾਂ ਕਿਵੇਂ ਦੇਖਾਂਗੇ? ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਜਪਜੀ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਵਾਕ ਹੁੰਦਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਅੱਜ ਦਾ ਸਮਾਂ ਚੱਲ ਰਿਹਾ ਹੈ, ਮੈਂ ਦੇਖਿਆ ਦੁਨੀਆ ਦੇ ਐਸੇ ਦਾਨੀ ਜਿਨ੍ਹਾਂ ਦੀ ਇੱਕ ਦਿਨ ਦੀ 10-10 ਕਰੋੜ ਕਮਾਈ ਹੈ,
ਉਹ ਵੀ ਹੁਣ ਇੰਨੇ ਮਹੀਨਾ 2 ਮਹੀਨੇ ਦਾਨ ਕਰਦਿਆਂ ਆਖਰ ਥੱਕ ਗਏ ਨੇ ਅਤੇ ਉਹ ਕਹਿਣ ਲੱਗੇ ਨੇ ਕਿ ਅਸੀਂ ਇਸ ਮਹਾਂਮਾਰੀ ਦੇ ਅੱਗੇ ਬੇਵੱਸ ਹੋ ਗਏ ਹਾਂ। ਪਰ ਉਹ ਮਾਲਕ ਸਿਰਜਣਹਾਰ ਜਿਹਨੇ ਸ੍ਰਿਸ਼ਟ ਪੈਦਾ ਕੀਤੀ, ਜਿਹਦੇ ਵਿੱਚੋਂ ਅਨਾਜ ਪੈਦਾ ਹੁੰਦਾ ਹੈ, ਜਾਂ ਇਸ ਸ੍ਰਿਸ਼ਟ ਦੇ ਉੱਪਰ ਜਿਹੜੇ ਅਸੀਂ ਆਪਣੇ ਕਾਰੋਬਾਰੀ ਸਾਧਨ ਚਲਾਏ ਜਿਨ੍ਹਾਂ ਤੋਂ ਇੰਨਾ ਕੁਝ ਪੈਦਾ ਹੋ ਰਿਹਾ, ਉਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਰਿਹਾ। ਹੋਰ ਪ੍ਰਤਪਾਲਕ ਗੁਣ ਨੂੰ ਬੁੱਝਣਾ ਹੋਵੇ ਕਿ ਪ੍ਰਤਪਾਲਕ ਕਿਵੇਂ ਹੈ। ਗੁਰਬਾਣੀ ਦੇ ਵਿੱਚ ਵਾਕ ਹੈ, ਪਹਿਲੋਂ ਦੇ ਤੈ ਰਿਜ਼ਕ ਸਮਾਹਾ, ਪਿੱਛੋਂ ਦੇ ਤੈ ਜੰਤੂ ਬਾਹਾ। ਬੱਚਾ ਬਾਅਦ ਦੇ ਵਿੱਚ ਪੈਦਾ ਹੋਇਆ ਹੈ, ਮਾਤਾ ਦੇ ਕੋਲ ਦੁੱਧ ਰੂਪ ਰਿਜ਼ਕ ਅਕਾਲ ਪੁਰਖ ਨੇ ਪਹਿਲਾਂ ਭੇਜ ਦਿੱਤਾ ਹੈ। ਹੋਰ ਬਾਰੀਕੀ ਦੇ ਨਾਲ ਬੁੱਝਣਾ ਹੋਵੇ ਤਾਂ ਰਹਿਰਾਸ ਸਾਹਿਬ ਦੀ ਬਾਣੀ ਆਪ ਜੀ ਸਭ ਪੜ੍ਹਦੇ ਹੋ। ਜ਼ਿਕਰ ਆਉਂਦਾ ਸੈਲ ਪੱਥਰ ਮਹਿ ਜੰਤੂ ਪਾਏ, ਤਾ ਕਾ ਰਿਜ਼ਕ ਆਗੈ ਕਰ ਧਰਿਆ। ਹੋਰ ਬਾਰੀਕ ਬੁੱਝਣਾ ਹੋਵੇ ਜਲ ਮਹਿ ਜੰਤੂ ਪਾਇਨ, ਤਿੰਨਾਂ ਪੀ ਰੋਜੀ ਦੇ। ਹੁਣ ਪ੍ਰਤਪਾਲਕ ਗੁਣ ਨੂੰ ਹੋਰ ਕਿੰਨਾ ਕੁ ਬਰੀਕੀ ਦੇ ਨਾਲ ਬੁੱਝਾਂਗੇ। ਔਰ ਹੈਰਾਨਗੀ ਦੀ ਗੱਲ ਕਈ ਵਾਰੀ ਦੇਖੀਦਾ, ਕੀੜੀਆਂ ਤੋਂ ਗੱਲ ਸ਼ੁਰੂ ਹੋਈ ਸੀ, ਇੱਕ ਪਹਿਲਾ ਨੁਕਤਾ ਕੀਤਾ ਸੀ ਕਿ ਕੀੜੀ ਦੇ ਵਿੱਚ ਵੀ ਉਹਦਾ ਗੁਣ ਵਿਆਪਤ। ਇੱਕ ਕੀੜਾ ਮਰਦਾ ਹੈ, ਕਈ 100 ਕੀੜੀਆਂ ਦਾ ਰਿਜ਼ਕ ਬਣ ਜਾਂਦਾ ਹੈ। ਇਹਦਾ ਮਤਲਬ ਜਿਵੇਂ ਉਦਾਹਰਨ ਦੇ ਤੌਰ 'ਤੇ ਇਸ ਕਰ ਗੁਰੂ ਸਾਹਿਬ ਜੀ ਕਹਿੰਦੇ ਪੂਰਨੰ ਬਹੁਲੋ ਕਿਰਪਾਲਾ, ਕੇਵਲ ਰਿਜ਼ਕ ਤੌਰ 'ਤੇ ਨਹੀਂ ਪਾਲਦਾ, ਧਰਵਾਸ ਦੇ ਤੌਰ 'ਤੇ ਵੀ ਪਾਲਦਾ ਹੈ। ਗੁਰਬਾਣੀ 'ਚ ਵਾਕ ਆਉਂਦਾ ਨਾ, ਜਾ ਕੋ ਮੁਸ਼ਕਲਤ ਬਣੇ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਕ ਵਿਭਜ ਖਲੇ। ਹੁਣ ਸਾਡੇ ਸਾਰਿਆਂ ਦੇ ਜੀਵਨ 'ਚ ਕਈ ਵਾਰੀ ਮਾਲਕ ਨਾ ਕਰੇ ਪਰ ਕਈ ਵਾਰੀ ਐਸਾ ਮੌਕਾ ਬਣ ਜਾਂਦਾ ਹੈ, ਜਿਤਨੇ ਸੰਬੰਧੀ ਨੇ, ਜਿਤਨੇ ਨਿਕਟਵਰਤੀ ਨੇ, ਸਭ ਹੱਥ ਖੜੇ ਕਰ ਜਾਂਦੇ, ਕਹਿੰਦੇ ਸਾਡੀ ਨਹੀਂ। ਫਿਰ ਸਾਡੇ ਕੋਲ ਕਿਹੜਾ ਆਸਰਾ ਬਚਦਾ ਹੈ? ਅਸੀਂ ਥੱਕ ਟੁੱਟ ਕੇ, ਹਾਰ ਹੰਬ ਕੇ, ਨਿਰਾਸ਼ ਹੋ ਕੇ, ਉਦਾਸੀ ਵਿੱਚ ਡੁੱਬ ਕੇ ਅਸਮਾਨ ਵੱਲ ਦੇਖਦੇ ਹਾਂ ਅਤੇ ਮੁੱਖ ਤੋਂ ਇੱਕ ਲਫ਼ਜ਼ ਆਖਦੇ ਹਾਂ ਕਿ ਮਾਲਕ ਜੇ ਤੂੰ ਹੈਗਾ ਹੈ, ਹੁਣ ਜੇ ਤੂੰ ਹੈਗਾ ਤਾਂ ਘੱਟੋ ਘੱਟ ਹੁਣ ਤਾਂ ਬੌੜੀ ਕਰ, ਹੁਣ ਤਾਂ ਮੇਰੀ ਮਦਦ ਕਰ। ਇਹਦਾ ਮਤਲਬ ਉਹਦੀ ਹਸਤੀ ਭਾਵੇਂ ਅਸੀਂ ਮੰਨੀਏ ਜਾਂ ਨਹੀਂ ਦੇਖਿਆ ਜਾਂ ਨਹੀਂ ਜਾਣਿਆ, ਪਰ ਸਾਡੇ ਅੰਦਰ ਤੁਰ ਅੰਦਰ ਕਿਤੇ ਉਹਦੇ ਹੋਣ ਦਾ ਇੱਕ ਸੰਕੇਤ ਪਿਆ ਹੋਇਆ ਅਤੇ ਇਹ ਵੀ ਉਹਦਾ ਪ੍ਰਤਪਾਲਣਾ ਰੂਪ ਹੀ ਹੈ। ਹੁਣ ਇਸੇ ਪ੍ਰਕਾਰ ਔਰ ਦੂਜੀ ਗੱਲ ਪੂਰਨੰ ਬਹੁਲੋ ਕਿਰਪਾਲਾ, ਕੇਵਲ ਰਿਜ਼ਕ ਦੇ ਤੌਰ 'ਤੇ, ਕੇਵਲ ਗਿਆਨ ਦੇ ਤੌਰ 'ਤੇ, ਧਰਵਾਸ ਦੇ ਤੌਰ 'ਤੇ ਨਹੀਂ, ਉਹ ਸਾਨੂੰ ਆਤਮ ਗਿਆਨ ਦੇ ਤੌਰ 'ਤੇ ਵੀ ਪ੍ਰਤਪਾਲਦਾ। ਜਿਵੇਂ ਸਾਨੂੰ ਜੀਵਨ ਦੇ ਦਿੱਤਾ, ਬੁੱਧੀ ਵੀ ਦੇ ਦਿੱਤੀ, ਹੁਣ ਇਸ ਬੁੱਧੀ ਦੁਆਰਾ ਆਪਣੀ ਸ਼ਬਦ ਰੂਪ ਮਿਹਰਾਮਤ ਮਾਲਕ ਸਾਡੇ ਅੰਦਰ ਟਿਕਾ ਰਿਹਾ, ਇਹ ਵੀ ਸਾਡੀ ਪ੍ਰਤਪਾਲਣਾ ਔਰ ਕਿਰਪਾਲਾ। ਇੰਨੀ ਵੱਡੀ ਕਿਰਪਾ ਦਇਆ ਧਾਰਨ ਕਰਦਾ ਹੈ। ਗੰਭੀਰੰ ਊਚੈ ਸਰਬੱਗੇ ਅਪਾਰਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੰਭੀਰੰ ਇੰਨਾ ਬਾਰੀਕ ਹੈ ਕਿ ਇਸ ਅੱਖ ਦੇ ਨਾਲ ਬਾਰੀਕੀ ਤੋਂ ਬਾਰੀਕੀ ਵੀ ਨੋਟ ਕੀਤਾ ਜਾਵੇ ਤਾਂ ਵੀ ਨਹੀਂ ਗਿਣਿਆ ਜਾ ਸਕਦਾ। ਹੁਣ ਕੀੜੀ ਦੀ ਹਸਤੀ, ਉਹਦੇ ਅੰਦਰ ਆਤਮਾ, ਸਰੀਰ ਹੀ ਇੰਨਾ ਕਿਤੇ ਆਤਮ ਰੂਪ ਕਿਵੇਂ ਲੱਭਾਂਗੇ? ਮਤਲਬ ਇੰਨਾ ਬਾਰੀਕ ਹੈ। ਉੱਚੈ ਭਾਵ ਇਤਨੇ ਇਤਨੇ ਵੱਡੇ ਜੀਵਾਂ ਦੇ ਗੁਣ ਹਨ, ਭਾਵ ਤੈਨੂੰ ਬੁੱਝਣ ਦੀ ਮਹਿਮਾ ਹੈ, ਤਾਂ ਵੀ ਤੂੰ ਬੇਅੰਤ ਰਹਿਣਾ। ਸਰਬੱਗ ਭਾਵ ਸਾਰਿਆਂ ਦੇ ਅੰਦਰ ਵਿਆਪਕ ਹੈ, ਸਾਰਿਆਂ ਨੂੰ ਜਾਣਨ ਵਾਲਾ ਮਾਲ। ਗੁਰੂ ਸਾਹਿਬ ਜੀ ਕਹਿੰਦੇ ਤੇਰਾ ਗੰਭੀਰ ਸਰੂਪ ਵੀ ਪਰਾਂ ਹੈ, ਭਾਵੇਂ ਕਿ ਤੇਰੇ ਗੁਣਾਂ ਨੂੰ ਸ਼ੇਸ਼ਨਾਗ ਵਰਗੇ ਰੋਜ਼ਾਨਾ 1000 ਨਵਾਂ ਨਾਮ ਉਚਾਰਨ ਕਰਦੇ ਨੇ, ਪਰ ਤਾਂ ਵੀ ਤੇਰੇ ਬਰੀਕ ਸਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੈਨੂੰ ਉੱਚਾ ਕਹਿ ਕੇ, ਹੁਣ ਗੁਰਬਾਣੀ 'ਚ ਵਾਕ ਹੁੰਦਾ ਨਾ, ਇਹ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕਹੋ ਜਾਣਿਆ ਸੋ ਕੋਏ। ਬੜੇ ਉੱਚਾ ਕਹਿੰਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਹੋਰ ਕਿਤੇ ਤੁਧਨੋਂ ਗਾਵਨ ਸੇ ਮੈਂ ਚੇਤਨਾਮਰ। ਕਿੰਨੇ ਗਾ ਰਹੇ ਨੇ, ਪਰ ਇਸ ਤੋਂ ਇਲਾਵਾ ਕਿੰਨੇ ਨੇ ਮਾਲਕ ਮੈਂ ਨਹੀਂ ਜਾਣਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਪਾਰਾ, ਇਹ ਸਾਰੇ ਗੁਣ ਵੀ ਤੇਰੇ ਪਾਰ ਤੋਂ ਰਹਿਤ ਹਨ। ਪ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ। ਸੰਸਕ੍ਰਿਤ ਦਾ ਪ੍ਰਿਤਿਆ ਸ਼ਬਦ ਹੈ, ਉਹਦੇ ਵਿੱਚ ਪ੍ਰਿਤਿਆ ਦਾ ਅਰਥ ਹੁੰਦਾ ਦੁੱਧ ਦੇ ਕੇ ਪਰਵਰਿਸ਼ ਕਰਨ ਵਾਲਾ, ਦੁੱਧ ਦੇਣ ਵਾਲਾ, ਪਿਲਾਉਣ ਵਾਲਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪ੍ਰਿਤਿਆ ਪ੍ਰਿਯੰ, ਤੂੰ ਉਹਨਾਂ ਦੀ ਪਰਵਰਿਸ਼ ਕਰਨ ਵਾਲਾ ਹੈ ਜਿਨ੍ਹਾਂ ਨੂੰ ਤੂੰ ਪਿਆਰਾ ਲੱਗਦਾ। ਜਿਹਦੇ ਭਾਵ ਕਿ ਭਗਤਾਂ ਨੂੰ ਸੰਸਾਰ ਨਹੀਂ, ਪਦਾਰਥ ਨਹੀਂ, ਅਕਾਲ ਪੁਰਖ ਦੀ ਹਸਤੀ ਚੰਗੀ ਲੱਗਦੀ, ਉਹਦੀ ਜਾਤ ਚੰਗੀ ਲੱਗਦੀ ਹੈ, ਅਤੇ ਫਿਰ ਉਹਨਾਂ ਨੂੰ ਆਪਣੀ ਅੰਮ੍ਰਿਤਮਈ ਦਾਤ ਦੇ ਕੇ ਨਵਾਜਦਾ ਹੈ। ਤਾਂ ਇਸੇ ਪ੍ਰਕਾਰ ਬਾਣੀ 'ਚ ਵਾਕ ਹੈ ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪ੍ਰਿਤਿਆ ਪ੍ਰਿੰਗ, ਆਪਣੇ ਭਗਤ ਜਨਾਂ ਦਾ ਪਿਆਰਾ ਹੈ, ਉਹਨਾਂ ਨੂੰ ਨਵਾਜਣ ਵਾਲਾ। ਵਿਸਰਾਮ ਚਰਣੰ, ਅਤੇ ਤੇਰੀ ਇਸ ਹਸਤੀ ਦੇ ਵਿੱਚ ਉਹ ਆਪਣਾ ਵਿਸ਼ਰਾਮ ਭਾਵ ਨਿਵਾਸ ਰੱਖਦੇ ਹਨ। ਅਨਾਥ ਨਾਥੇ ਨਾਨਕ ਸਰਣੰ। ਤਾਂ ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਦੀ, ਗੁਰੂ ਅਰਜਨ ਸਾਹਿਬ ਜੀ ਅਕਾਲ ਪੁਰਖ ਦੀ ਸਮਸਤ ਹਸਤੀ ਦਾ ਬਿਆਨ ਕਰਕੇ ਫਿਰ ਆਖਦੇ ਹਨ ਅਨਾਥ ਨਾਥੇ, ਕਿ ਸਾਡੀ ਕੋਈ ਹਸਤੀ ਨਹੀਂ ਮਾਲਕ, ਅਸੀਂ ਅਨਾਥ ਰੂਪ ਹਾਂ,
नानक शरणं पर तेरी शरण हाँ, मृगी पेखंत बदिक प्राहारेण लख आवद है। ਤਾਂ ਹੁਣ ਗੁਰੂ ਸਾਹਿਬ ਦੀ ਉਸ ਅਕਾਲ ਪੁਰਖ ਦੇ ਪ੍ਰਤਪਾਲਕ ਹੋਣ ਬਾਰੇ ਸਮਝਾ ਰਹੇ ਹਨ ਅਤੇ ਪ੍ਰਮਾਣ ਸਾਡੇ ਸਾਹਮਣੇ ਰੱਖਦੇ ਹਨ। ਮ੍ਰਿਗੀ ਪੇਖੰਤ, ਇੱਕ ਹਿਰਨੀ ਨੂੰ ਪੇਖੰਤ ਬਦਿਕ ਦਾ ਭਾਵ ਹੁੰਦਾ ਸ਼ਿਕਾਰੀ। ਕਹਿੰਦੇ ਇੱਕ ਗਰਭਵਤੀ ਹਿਰਨੀ ਨੂੰ ਇੱਕ ਸ਼ਿਕਾਰੀ ਨੇ ਦੇਖਿਆ, ਪ੍ਰਹਾਰੇਣ ਸ਼ਿਕਾਰ ਕਰਨ ਦੀ ਸੋਚੀ, ਲੱਖ ਆਵਦਹ ਤੇ ਬੜੇ ਪ੍ਰਕਾਰ ਦੇ ਸ਼ਸਤਰਾਂ ਦੇ ਨਾਲ। ਤਾਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਆਹੋ ਜਸਯ ਰਖੇਣ ਗੋਪਾਲ ਹੈ, ਨਾਨਕ ਰੋਮ ਨ ਛੇਦ ਤੇ। ਪਰ ਦੇਖੋ ਮਾਲਕ ਉਸ ਗੋਪਾਲ ਪ੍ਰੀਤਮ ਅਕਾਲ ਪੁਰਖ ਦਾ ਸੁਭਾਅ ਆਹੋ ਜਸਯ ਰਖੇਣ, ਇਸ ਪ੍ਰਕਾਰ ਰੱਖਿਆ ਕਰਦਾ ਕਿ ਇੱਕ ਵਾਲ ਵੀ ਵਿੰਗਾ ਉਹਦਾ ਨਹੀਂ ਹੋਣ ਦਿੰਦਾ। ਹੁਣ ਇਹ ਪ੍ਰਮਾਣ ਵਿਸਥਾਰ ਦੇ ਨਾਲ ਆਪ ਦੇ ਨਾਲ ਸਾਂਝਾ ਕਰਾਂ। ਕਹਿੰਦੇ ਗਰਭਵਤੀ ਹਿਰਨੀ ਕਿਸੇ ਜੰਗਲ ਦੇ ਵਿੱਚ ਆਰਾਮ ਕਰ ਰਹੀ ਸੀ। ਇੱਕ ਸ਼ਿਕਾਰੀ ਸ਼ਸਤਰ, ਗੁਲੇਲ, ਤੀਰ, ਬੰਦੂਕ, ਸ਼ਿਕਾਰੀ ਕੁੱਤਾ, ਜਾਲ ਆਦਿਕ ਲੈ ਕੇ ਉਸ ਦੀ ਭਾਲ ਕਰ ਰਿਹਾ ਸੀ ਸ਼ਿਕਾਰ ਦੀ। ਉਹਨੇ ਦੇਖਿਆ ਕਿ ਹਿਰਨੀ ਬੜੀ ਅਮੋਲਕ ਜੀਵ ਹੈ, ਪਸ਼ੂ ਹੈ, ਸ਼ਿਕਾਰ ਕਰਨ ਦੀ ਸੋਚੀ। ਉਹਨੇ ਸੋਚਿਆ ਫਿਲਹਾਲ ਆਰਾਮ ਕਰ ਰਹੀ ਹੈ, ਮੈਂ ਆਪਣੇ ਸ਼ਿਕਾਰ ਦੇ ਸਾਰੇ ਸਾਧਨਾਂ ਦਾ ਪ੍ਰਯੋਗ ਕਰ ਲਵਾਂ। ਉਸ ਨੇ ਕੀ ਕੀਤਾ ਕਿ ਇੱਕ ਤਰਫ ਕਾਫੀ ਸਾਰੀਆਂ ਝਾੜੀਆਂ ਇਕੱਠੀਆਂ ਕਰਕੇ ਅੱਗ ਲਗਾ ਦਿੱਤੀ, ਦੂਜੇ ਪਾਸੇ ਲੰਬਾ ਸਾਰਾ ਜਾਲ ਤਾਣ ਦਿੱਤਾ, ਤੀਜੀ ਤਰਫ ਆਪਣਾ ਖੂੰਖਾਰ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਚੌਥੇ ਤਰਫ ਆਪ ਖੜ ਗਿਆ ਗੁਲੇਲ, ਬੰਦੂਕ, ਤੀਰ ਆਦਿਕ ਲੈ ਕੇ। ਇੰਨੇ ਚਿਰ ਨੂੰ ਜਦੋਂ ਅੱਗ ਦਾ ਭਾਂਬੜ ਮੱਚੇ ਸੇਕ ਹੋਇਆ ਤਾਂ ਉਹ ਹਿਰਨੀ ਉੱਠੀ, ਭੱਜਣ ਦਾ ਸੋਚਿਆ। ਇੱਕ ਪਾਸੇ ਜਾਲ ਹੈ, ਇੱਕ ਪਾਸੇ ਅੱਗ ਹੈ, ਇੱਕ ਪਾਸੇ ਖੂੰਖਾਰ ਕੁੱਤਾ ਹੈ ਸ਼ਿਕਾਰੀ ਦਾ, ਚੌਥੇ ਪਾਸੇ ਸ਼ਿਕਾਰੀ ਆਪ ਹੈ। ਸਾਰੇ ਯਤਨ ਰੋਕ ਦਿੱਤੇ ਨੇ, ਸਾਰੇ ਵਸੀਲੇ ਬੰਦ ਕਰ ਦਿੱਤੇ ਨੇ, ਜਾਵੇਗੀ ਕਿੱਧਰ। ਆਖਰ ਕਹਿੰਦੇ ਉਹਦੇ ਮਨ ਅੰਦਰ ਅਰਦਾਸ ਪੈਦਾ ਹੋਈ ਕਿ ਇਹ ਮਾਲਕ ਮੇਰਾ ਸੰਕਟ ਕੱਟ। ਜਦੋਂ ਹੀ ਅਰਦਾਸ ਪੈਦਾ ਹੋਈ, ਹੁਕਮ ਰੂਪ ਦੇ ਵਿੱਚ ਵਿਆਪਕ ਗੋਪਾਲ ਨੇ ਆਪਣੀ ਕੁਦਰਤ ਪ੍ਰਕਿਰਤੀ ਨੂੰ ਆਗਿਆ ਕੀਤੀ। ਕਹਿੰਦੇ ਬਹੁਤ ਤੇਜ਼ ਹਵਾ ਚੱਲੀ, ਜਿਹੜੀ ਅੱਗ ਸੀ, ਜਿਹੜਾ ਜਾਲ ਸੀ, ਉੱਡ ਕੇ ਅੱਗ ਵਿੱਚ ਪੈ ਗਿਆ ਅਤੇ ਜਾਲ ਸੜ ਗਿਆ। ਇੰਨੇ 'ਚ ਤੈਨੂੰ ਥੋੜ੍ਹੀ ਬਾਰਿਸ਼ ਹੋਈ, ਅਗਨੀ ਵੀ ਬੁਝ ਗਈ। ਇਤਨੇ ਸਮੇਂ ਨੂੰ ਜਦ ਹਨੇਰੀ ਚੱਲੀ ਤਾਂ ਕਾਹਲੀ ਦੇ ਵਿੱਚ ਸ਼ਿਕਾਰੀ ਨੇ ਹਿਰਨੀ ਨੂੰ ਨਿਸ਼ਾਨਾ ਲਗਾਉਣਾ ਚਾਹਿਆ, ਹੱਥ ਕੰਬ ਗਿਆ, ਨਿਸ਼ਾਨਾ ਉੱਕ ਕੇ ਉਹਦੇ ਆਪਣੇ ਕੁੱਤੇ ਦੇ ਹੀ ਵੱਜ ਗਿਆ। ਇਤਨੇ ਸਮੇਂ ਨੂੰ ਨੇੜਿਓਂ ਖੱਡ ਦੇ ਵਿੱਚੋਂ ਇੱਕ ਸੱਪ ਨਿਕਲਿਆ, ਜਿਹੜਾ ਸ਼ਿਕਾਰੀ ਨੂੰ ਲੜ ਗਿਆ। ਸ਼ਿਕਾਰੀ ਵੀ ਥਾਂ ਮਰ ਗਿਆ ਅਤੇ ਉਹ ਸੰਕਟ ਤੋਂ ਮੁਕਤ ਹੋ ਕੇ ਉਸ ਸਾਰੇ ਜਿਹੜੇ ਉਹਨੇ ਉਹਦੇ ਜੀਵਨ ਨੂੰ ਖਤਰੇ ਵਿੱਚ ਪਾਉਣ ਦਾ ਪ੍ਰਪੰਚ ਚੱਕਰਵਿਊਹ ਰਚਿਆ ਸੀ, ਉਹਦੇ ਵਿੱਚ ਮੁਕਤ ਹੋ ਗਈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਰੋਮ ਨ ਛੇਦਿ, ਅਤੇ ਉਹਦਾ ਇੱਕ ਵਾਲ ਵਿੰਗਾ ਕਰਨ ਜਿੰਨਾ ਵੀ ਸ਼ਿਕਾਰੀ ਉਹਦਾ ਨੁਕਸਾਨ ਨਹੀਂ ਕਰ ਸਕਿਆ, ਜਦੋਂ ਮਾਲਕ ਉਹਦਾ ਰੱਖਿਅਕ ਹੋਵੇ। ਬਾਣੀ ਨੂੰ ਕਦੇ ਵਿਸ਼ਵਾਸ ਨਾਲ ਜ਼ਰੂਰ ਪੜ੍ਹਨਾ ਚਾਹੀਦਾ। ਮੈਂ ਦੇਖਿਆ ਸੀ ਬਹੁਤ ਵਾਰੀ ਬਾਣੀ ਪੜ੍ਹਦੇ ਵਿਸ਼ਵਾਸ ਨਾਲ ਨਹੀਂ ਪੜ੍ਹਦੇ, ਰਹਿ ਰਾਸ ਦੀ ਬਾਣੀ ਦੇ ਵਾਕ ਪੜ੍ਹਦੇ ਬਹੁਤ ਵਾਰੀ। ਸਤਿਗੁਰੂ ਅਸਲ 'ਚ ਬਾਣੀ ਹੀ ਸਾਡਾ ਧਰਵਾਸ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਪੜ੍ਹਦੇ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੀਂ, ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਅਕਾਲ ਪੁਰਖ ਦੀ ਯਾਦ, ਉਹਦਾ ਸਹਾਰਾ ਵਿਆਪਤ ਹੈ। ਜਾਂ ਇਸ ਬਾਣੀ 'ਚ ਵਾਕ ਪੜ੍ਹ, ਜਿਸ ਦਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੈ ਕੋਈ, ਕੋਈ ਨਹੀਂ ਮਾਰ ਸਕਦਾ। ਅਸੀਂ ਅੱਜ ਜਰਾ ਜਰਾ ਜਿੰਨੀਆਂ ਗੱਲਾਂ 'ਤੇ ਘਬਰਾਉਂਦੇ ਫਿਰਦੇ ਹਾਂ। ਦਰਅਸਲ ਗੱਲ ਕੀ ਹੈ, ਸਾਡਾ ਵਿਸ਼ਵਾਸ ਕੱਚਾ ਹੈ ਜਾਂ ਥੋੜ੍ਹਾ ਅਧੂਰਾ ਹੈ। ਜਿੰਨਾ ਜ਼ਿਆਦਾ ਵਿਸ਼ਵਾਸ ਪੱਕਾ ਹੋਵੇ, ਹੁਣ ਉਦਾਹਰਨ ਦੇ ਤੌਰ 'ਤੇ ਜੰਗਲ ਦੇ ਕਿਸੇ ਜੀਵ 'ਤੇ ਬਿਪਤਾ ਬਣ ਜਾਏ, ਪਰ ਜੇ ਉਹਨੂੰ ਇਹ ਵਿਸ਼ਵਾਸ ਹੋਵੇ ਵੀ ਔਖਾ ਸੌਖਾ ਹੋ ਕੇ ਜੇ ਸ਼ੇਰ ਕੋਲ ਪਹੁੰਚ ਗਿਆ, ਫਿਰ ਜੰਗਲ ਦਾ ਕੋਈ ਜੀਵ ਕੁਝ ਨਹੀਂ ਕਹਿ ਸਕੇਗਾ। ਇਸੇ ਪ੍ਰਕਾਰ ਜੇ ਸਿੱਖ ਦੇ ਮਨ ਦਾ ਵਿਸ਼ਵਾਸ ਹੋਵੇ, ਠੀਕ ਹੈ ਜ਼ਮਾਨੇ ਵਿੱਚ ਬੜਾ ਕੁਝ ਗਲਤ ਚੱਲਦਾ ਹੈ, ਬੜਾ ਕੁਝ ਔਖਾ ਵੀ ਹੁੰਦਾ ਹੈ, ਪਰ ਜੇ ਮੈਨੂੰ ਮੇਰੇ ਮਾਲਕ ਦੀ ਯਾਦ ਸੰਭਾਲਣੀ ਆ ਗਈ ਤਾਂ ਫਿਰ ਮੇਰੇ ਜੀਵਨ ਦਾ ਕੋਈ ਵਾਲ ਵਾਂਗਾ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿੱਚ ਵਾਕ ਆਉਂਦਾ ਨਾ, ਗੁਰਬਾਣੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਕਾਹਦੇ ਕਰਕੇ ਇਹ ਵਾਕ ਕਾਹਦੇ ਲਈ ਲਿਖੇ ਗਏ ਨੇ? ਤਾਂ ਕਿ ਜਿਸ ਅਕਾਲ ਪੁਰਖ ਨੂੰ ਤੁਸੀਂ ਮੰਨਦੇ ਹੋ ਜਾਂ ਜਿਹਦੀ ਆਰਾਧਨਾ ਕਰਦੇ ਹੋ, ਉਹਦਾ ਵਿਸ਼ਵਾਸ, ਉਹਦਾ ਭਰੋਸਾ ਸਾਡੇ ਹਿਰਦੇ ਅੰਦਰ ਪਰਪੱਕ ਹੋ ਜਾਵੇ। ਜਿੰਨਾ ਜ਼ਿਆਦਾ ਭਰੋਸਾ ਪਰਪੱਕ ਹੋਵੇਗਾ, ਓਨਾ ਜ਼ਿਆਦਾ ਭੈਆਂ ਤੋਂ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਵਾਂਗੇ। ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਉਸ ਮਾਲਕ ਬਾਰੇ ਸਮਝਾਇਆ ਹੈ, ਭਲਾ 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 ਤੇਰਾ ਰੂਪ। 3 ਵਾਰੀ ਕਿਹਾ ਗੁਰੂ ਸਾਹਿਬ ਜੀ ਨੇ,
क्यों? बस सानू बुझण दे विच एक गल है कि साडी वैसे भी बहुत वारी यतन करना चाहिए अपनी मत नूं बारीक कर सकीए। और जिहड़ी रोज़ाना की कथा सुननी इहदा एक फायदा ये भी है कि जदों असीं देखदे ना कि आ जिहड़ा बंदा बोल रहा है ये इक्को गल दीयां 5-6 गल्लां कड्ढी जांदा विचों तां फिर सानू हौली हौली ये कुदरती एक प्रतिभा आ जांदी है कि किसी गल नूं किवें देखना है। जिवें असीं प्रतिपालक रूप की गल कीती ते 4-5 नुकते उहदे सांझे कीते गुरु किरपा सदका। तो इसे प्रकार गुरु साहब जी कहंदे नानक रोम न छिद्य ते, कई थावां ते पाठ छिद ते भी मिलदा पर बहुती वारी हुण छिद्य ते, कि इसे प्रकार कि जिन्हां नूं हुण देखो गुरु हरगोबिंद साहब महाराज जी दे अनन सिख सन भाई बिधि चंद, जदों लाहौर दुशाले लैके निकलण लगे तां घेरा पै गया। उन्होंने कहा कि इन्हां नूं पकड़ लिओ। गुरु का भरोसा लैके बलदे हुए भट्ठ दे विच वड़ गए। गुरु हरगोबिंद साहब महाराज जी का ध्यान करके कि सतगुरु कारज तेरा करना है, रखिया भी तू खुद करेगा। तो इधर गुरु साहब जी भाई की डरौली बैठे ने। तो गुरु साहब जी ने गुरसिखां नूं हुकम किया कि साडे पावन देह दे उपर बहुत सारा जल पाया जाए। तो जदों इसे प्रकार वो हार अंब के थक गए कि भाई बिधि चंद तां लभे ने, उन्होंने सोचा निकल गए ने। जदों चनूं यतन किया उधर जदों संगतां ने बाहर जाना, सतगुरु गल की हुई? कहण लगे साडा भरोसा करके सिख बल दे पट्ठ च वड़ गए तो उहदी रखिया करनी है। इवें भाई मंझ जी सेवा करदिआं खूह दे विच डिग पए तो गुरु साहब जी ने हेठां रस्सियां उतार के कहा कि पहलां तुसीं बाहर आओ। तो इसे प्रकार गुरु साहब जी कहंदे नानक रोम न छिद्य ते, जे उन्हां दा भरोसा परिपूर्ण होवे। मैं कई बारी सिख शहीदां दा जीवन पढ़दा तो मैं उसनूं पढ़न तो बाद चलो संगत नाल कथा रूप दे विच भी साझा करदा हाँ, पर मेरे मन की बहुत वधिया अरदास बनती मालक इहदे बराबर सानूं 1% ही ऐसा भरोसा दे दे। भाई मती दास नूं कहण लगे तुहाडा कोई अंतम कोई निर्णय होवे, कोई इच्छा होवे, तो वह कहण लगे कि आरा बाद च आरंभ करिओ, पहला मैनूं पाठ आरंभ कर लैण दो। तो कहंदे इहदा प्रताप कहंदे जदों तक तुसीं आरे नाल मेरा शरीर कट्टना है उदों तक मेरा पाठ पूरा हो जाना, यही मेरा अंतम प्राण है। तो और वाਕਿया ही पूर्ण होया। शरीर दो फाड़ है पर दोवां हिस्सिਆਂ ਦੇ ਵਿੱਚੋਂ आवाज़ आ रही है, जिन्नी नाम ते आया गए मसक्कत काल, नानक ते मुख उजले केती छुट्टी नाल। सतगुरु साहब जी किरपा करन सानू उस अकाल पुरख की परम हस्ती का बोध हो जाए, ਉਹਦਾ विश्वास भरोसा सानू दृढ़ हो जाए, ਉਹਦੀ याद ਉਹਦੇ चिंतन का आधार साडे जीवन का ओट आसरा बने। सो अज दे पावन शब्द सलोक विच गुरु साहब जी ने अकाल पुरख की हस्ती का स्वरूप दृढ़ करके ਉਹਦਾ स्वरूप ਉਹਦੀ याद प्रतिपालन का सानू उपदेश किया है। सतगुरु किरपा करन पावन उपदेश सारिਆਂ ਦੇ ਹਿਰਦੇ अंदर वस जाए, सारिਆਂ ਦਾ ਇੱਥੇ आया सफला होवे जी। पावन शब्द विचार की आप जी के नाल सांझ पाउंदिआं होईआं बेअंत भुल्लां दी खिमा जाचना जी। बड़े अदब सहित गज के फतेह अर्ज करो जी। वाहिगुरू जी का खालसा वाहिगुरू जी की फतेह।